ਮਾਦਾ ਸਫਰ। ਔਨ ਸਕਾਈ ਰੇਡੀਓ ਤੇ ਟੀਵੀ ਦਾ ਆਨੰਦ ਮਾਣ ਰਿਹਾ ਹੈ ਪੰਜਾਬੀਓ। ਮੇਰੇ ਵੱਲੋਂ ਆਪ ਜੀ ਨੂੰ ਬਹੁਤ-ਬਹੁਤ ਸਤਿ ਸ੍ਰੀ ਅਕਾਲ ਔਰ ਨਿੱਘਾ ਸਵਾਗਤ। ਅਸੀਂ ਇੱਕ ਵਾਰੀ ਫੇਰ ਆਪਣਾ ਕਲਮਾਂ ਦਾ ਸਫ਼ਰ ਲੈ ਕੇ ਆਪ ਜੀ ਦੇ ਰੂਬਰੂ ਹੋਏ ਹਾਂ। ਕਲਮਾਂ ਦਾ ਸਫ਼ਰ ਇੱਕ ਐਸਾ ਸਫ਼ਰ ਆ, ਜਿਵੇਂ ਮੈਂ ਪਹਿਲਾਂ ਵੀ ਅਕਸਰ ਗੱਲ ਕਰਦਾ ਹੁੰਦਾ ਕਿ ਕਲਮ ਤਲਵਾਰ ਨਾਲੋਂ ਜ਼ਿਆਦਾ ਅਸਰ ਕਰਦੀ ਆ, ਪਰ ਕਲਮ ਦੇ ਵਿੱਚ ਜਾਨ ਹੋਣੀ ਚਾਹੀਦੀ ਆ। ਸੋ ਕਲਮਾਂ ਦੇ ਜਿਹੜੇ ਪਾਂਧੀ ਨੇ, ਜਿਹੜੇ ਇਸ ਕਲਮਾਂ ਦੇ ਸਫ਼ਰ ਦੇ ਪਾਂਧੀ ਨੇ, ਜਦੋਂ ਸਾਡੇ ਵਿੱਚ ਆਉਂਦੇ ਨੇ ਤੇ ਸਾਡਾ ਕੱਦ ਦੁੱਗਣਾ ਹੋ ਜਾਂਦਾ। ਔਨ ਸਕਾਈ ਰੇਡੀਓ ਤੇ ਟੀਵੀ ਮਾਣ ਮਹਿਸੂਸ ਕਰਦਾ ਕਿ ਜਦੋਂ ਇਹੋ ਜਿਹੇ ਹਸਤਾਖਰ ਜਿਨ੍ਹਾਂ ਨੇ ਪੰਜਾਬੀ ਸਾਹਿਤ ਖੇਤਰ ਵਿੱਚ, ਸੱਭਿਆਚਾਰ ਦੇ ਖੇਤਰ ਵਿੱਚ, ਭਾਸ਼ਾ ਦੇ ਖੇਤਰ ਵਿੱਚ ਜਿਹੜਾ ਯੋਗਦਾਨ ਪਾਇਆ ਹੋਵੇ, ਉਹਦੇ ਨਾਲ ਜਦੋਂ ਅਸੀਂ ਜੁੜਦੇ ਹਾਂ ਤੇ ਸਾਡੇ ਪੰਜਾਬੀ ਸਰੋਤਿਆਂ ਦੀ ਜਿਗਿਆਸਾ ਵੀ ਵੱਧਦੀ ਆ ਔਰ ਅਸੀਂ ਕੁਐਸਚਨ ਵੀ ਜਦੋਂ ਕਰਦੇ ਹਾਂ ਜਾਂ ਪੁੱਛਦੇ ਹਾਂ ਤੇ ਉਹਦੇ ਵਿੱਚੋਂ ਜਿਹੜੀਆਂ ਨਵੀਆਂ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਨੇ, ਉਹ ਸਾਡੇ ਸਾਰੇ ਪੰਜਾਬੀਆਂ ਵਾਸਤੇ ਇੱਕ ਪ੍ਰੇਰਨਾ ਸਰੋਤ ਬਣਦੀਆਂ ਨੇ। ਕਿਉਂਕਿ ਇਹਨਾਂ ਸਾਹਿਤਕਾਰਾਂ ਨੇ, ਇਹਨਾਂ ਵਿਅਕਤੀਆਂ ਨੇ, ਇਹਨਾਂ ਸ਼ਖਸੀਅਤਾਂ ਨੇ ਇੱਕ ਐਸੇ ਮੀਲ ਪੱਥਰ ਸਥਾਪਿਤ ਕੀਤੇ ਹੁੰਦੇ ਨੇ ਜਿਨ੍ਹਾਂ ਦੇ ਨਾਲ ਅਸੀਂ ਅੱਗੇ ਤੋਂ ਅੱਗੇ ਜਿਹੜੇ ਵੱਧ ਸਕਦੇ ਹਾਂ। ਔਰ ਸਾਡੇ ਇਸ ਕਲਮਾਂ ਦੇ ਸਫ਼ਰ ਦੇ ਵਿੱਚ ਅੱਜ ਬਹੁਤ ਹੀ ਬਹੁਪੱਖੀ ਸ਼ਖਸੀਅਤ, ਸਾਡੇ ਸਾਹਿਤਕਾਰ ਔਰ ਸਾਡੀਆਂ ਸਹਿਜ ਸੁਭਾਵਾਂ ਨੂੰ ਅੱਗੇ ਲੈ ਕੇ ਜਾਣ ਵਾਲੇ ਔਰ ਪੰਜਾਬੀ ਸੱਭਿਆਚਾਰ ਦੇ ਅਲੰਬਰਦਾਰ ਡਾਕਟਰ ਲਖਵਿੰਦਰ ਜੌਹਲ ਹੁਣੀ ਸਾਡੇ ਵਿੱਚ ਨੇ। ਔਰ ਅਸੀਂ ਬਹੁਤ ਸਵਾਗਤ ਕਰਦੇ ਹਾਂ ਔਨ ਰੇਡੀਓ ਟੀਵੀ ਪਰਿਵਾਰ ਵੱਲੋਂ ਕਿ ਅੱਜ ਡਾਕਟਰ ਲਖਵਿੰਦਰ ਜੌਹਲ ਹੁਣੀ ਬੜੇ ਝੇਵਿਆਂ ਭਰੀ ਜ਼ਿੰਦਗੀ, ਕਿਉਂਕਿ ਸਾਹਿਤਕ ਤੇ ਸੱਭਿਆਚਾਰਕ ਸਮਾਗਮਾਂ ਦੇ ਵਿੱਚ ਹਰ ਇੱਕ ਨੂੰ ਅਗਵਾਈ ਦੇਣੀ, ਹਰ ਇੱਕ ਦੇ ਨਾਲ ਸੰਵਾਦ ਰਚਾਉਣਾ ਔਰ ਅੱਗੇ ਹੋ ਕੇ ਆਪਣੀ ਪੰਜਾਬੀ ਭਾਸ਼ਾ ਦੀ ਗੱਲ ਕਰਨੀ, ਸੱਭਿਆਚਾਰ ਦੀ ਗੱਲ ਕਰਨੀ, ਉਹ ਇਹਨਾਂ ਦੇ ਹਿੱਸੇ ਆਇਆ। ਸੋ ਅੱਜ ਅਸੀਂ ਇਹਨਾਂ ਦੇ ਉਹ ਪਲ ਚੁਰਾ ਲਏ ਨੇ ਜਿਹੜੇ ਇਹ ਲੋਕਾਂ ਵਾਸਤੇ ਜਾਂ ਹੋਰ ਪੰਜਾਬੀਆਂ ਵਾਸਤੇ ਰੱਖਦੇ ਨੇ। ਅਸੀਂ ਕਹਿੰਦੇ ਕਿ ਪੰਜਾਬੀ ਜਿਹੜੇ ਪੂਰੇ ਸੰਸਾਰ ਵਿੱਚ ਬੈਠੇ ਨੇ ਉਹ ਜੌਹਲ ਸਾਹਿਬ ਦੇ ਨਾਲ ਰੂਬਰੂ ਹੋਣ, ਤਾਂ ਕਿ ਅਸੀਂ ਜੌਹਲ ਸਾਹਿਬ ਦਾ ਜਿਹੜਾ ਸਫ਼ਰ ਹੈ ਉਹਦੇ ਨਾਲ ਅਸੀਂ ਵਾਬਸਤਾ ਹੋ ਸਕੀਏ। ਡਾਕਟਰ ਲਖਵਿੰਦਰ ਜੌਹਲ ਜੀ ਅੱਜ ਇਸ ਸਟੂਡੀਓ ਵਿੱਚ ਆਉਣ ਤੇ, ਔਨ ਸਕਾਈ ਰੇਡੀਓ ਔਰ ਟੀਵੀ ਦੇ ਸਟੂਡੀਓ ਵਿੱਚ ਆਉਣ ਤੇ ਅਸੀਂ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਔਰ ਖੁਸ਼ੀ ਮਹਿਸੂਸ ਕਰਦੇ ਹਾਂ। ਸਾਡੀ ਅੱਡੀ ਨਹੀਂ ਲੱਗਦੀ ਅੱਜ ਪੁੰਜੇ ਕਿ ਤੁਸੀਂ ਸਾਡੇ ਵਿੱਚ ਹੋ। ਹਾਂ, ਡਾਕਟਰ ਜੌਹਲ ਸਾਹਿਬ ਜਿਹੜੇ ਆ ਉਹ ਇਹ ਸਾਡੇ ਹੀ ਫੀਲਡ ਦੇ ਨੇ ਔਰ ਪੰਜਾਬੀ ਸੱਭਿਆਚਾਰ ਨਾਲ ਜੁੜੇ ਹੋਏ ਨੇ। ਜੰਡਿਆਲਾ ਤੋਂ ਸਫ਼ਰ ਸ਼ੁਰੂ ਕੀਤਾ, ਪਿੰਡ ਜੰਡਿਆਲਾ ਮੰਜਕੀ, ਜਦੋਂ ਕਦੇ ਰੇਤਾਂ ਦੇ ਟਿੱਬੇ ਹੁੰਦੇ ਸੀ ਉੱਥੇ, ਤੇ ਅੱਜ ਉਹੀ ਜੰਡਿਆਲਾ ਮੰਜਕੀ ਜਿਹੜਾ ਉਹ ਜੌਹਲ ਸਾਹਿਬ ਦੇ ਨਾਂ ਨਾਲ ਔਰ ਜੌਹਲ ਪਰਿਵਾਰ ਦੇ ਨਾਂ ਨਾਲ ਜਾਣਿਆ ਜਾਂਦਾ। ਕਿਉਂਕਿ ਇਕੱਲੇ ਜੌਹਲ ਸਾਹਿਬ ਹੀ ਨਹੀਂ, ਜੌਹਲ ਸਾਹਿਬ ਤੇ ਬਹੁਤ ਅੱਗੇ ਨਿਕਲ ਗਏ, ਇਹਨਾਂ ਦਾ ਪੂਰਾ ਪਰਿਵਾਰ ਹੀ ਇਸ ਖੇਤਰ ਦੇ ਵਿੱਚ ਆ। ਜੌਹਲ ਸਾਹਿਬ ਆਪਣੀ ਉਸ ਜੰਡਿਆਲੇ ਦੀ ਜਿਹੜੀ ਯਾਤਰਾ ਹੈ ਔਰ ਬਚਪਨ ਦੇ ਵਿੱਚ ਕਿੱਦਾਂ ਦੇ ਸ਼ੌਕ ਸੀ ਔਰ ਉਹ ਸ਼ੌਕ ਕਿੱਦਾਂ ਆਪ ਜੀ ਨੂੰ ਅੱਗੇ ਤੋਂ ਅੱਗੇ ਲੈ ਕੇ ਗਏ, ਉਹ ਸਾਡੇ ਪੰਜਾਬੀਆਂ ਨਾਲ ਸਾਂਝੇ ਕਰੋ ਔਰ ਪੰਜਾਬੀਆਂ ਨਾਲ ਆਪਣੀ ਸਾਂਝ ਪਾਓ ਜੀ। ਬਹੁਤ ਮਿਹਰਬਾਨੀ ਸਰਦੂਲ ਸਿੰਘ ਔਜਲਾ ਜੀ। ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਔਨ ਸਕਾਈ ਰੇਡੀਓ ਤੇ ਟੈਲੀਵਿਜ਼ਨ ਤੇ ਤੁਹਾਡੇ ਸਰੋਤਿਆਂ ਨਾਲ ਤੇ ਦਰਸ਼ਕਾਂ ਨਾਲ ਰੂਬਰੂ ਹੋ ਰਿਹਾ ਤੇ ਸੰਸਾਰ ਭਰ ਦੇ ਵਿੱਚ ਜਿਹੜੇ ਦਰਸ਼ਕ ਤੇ ਜਿਹੜੇ ਸਰੋਤੇ ਇਸ ਟੀਵੀ ਨੂੰ ਦੇਖਦੇ ਤੇ ਸੁਣਦੇ ਨੇ, ਰੇਡੀਓ ਨੂੰ, ਉਹਨਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਮੇਰਾ ਇਹ ਸੁਭਾਗ ਹੈ ਕਿ ਮੈਂ ਅੱਜ ਇਸ ਔਨ ਸਕਾਈ ਮੀਡੀਆ ਵੱਲੋਂ ਜਿਹੜਾ ਉਹ ਡਾਕਟਰ ਸਰਦੂਲ ਸਿੰਘ ਔਜਲਾ ਉਹਨਾਂ ਦੀ ਰਹਿਨਮਾਈ ਦੇ ਵਿੱਚ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਤੇ ਮੇਰਾ ਸੁਭਾਗ ਹੈ ਕਿ ਇੱਕ ਪੰਜਾਬੀ ਦੇ ਜਿਹੜਾ ਉਹ ਅੱਛੇ ਆਲੋਚਕ ਦੇ ਮੈਂ ਰੂਬਰੂ ਹਾਂ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਹਨਾਂ ਵੱਲੋਂ ਕੀਤੇ ਗਏ ਸਵਾਲਾਂ ਦੇ ਮੈਂ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ। ਤੇ ਸਭ ਤੋਂ ਪਹਿਲਾ ਸਵਾਲ ਉਹਨਾਂ ਨੇ ਮੈਨੂੰ ਉਹੀ ਕੀਤਾ ਜਿਹੜਾ ਮੇਰੇ ਜਜ਼ਬਿਆਂ ਦੇ, ਮੇਰੇ ਜਜ਼ਬਾਤ ਦੇ ਸਭ ਤੋਂ ਵਧੇਰੇ ਨੇੜੇ ਹੈ। ਤੇ ਮੇਰਾ ਪਿੰਡ ਜੰਡਿਆਲਾ ਮੇਰੀ ਜਨਮ ਭੂਮੀ। ਉਹ ਜੰਡਿਆਲਾ ਮੇਰੇ ਲਈ ਨਾ ਸਿਰਫ ਇੱਕ ਪਿੰਡ ਹੈ, ਸਗੋਂ ਮੇਰੇ ਲਈ ਇੱਕ ਰਹਿਨਮਾਈ ਦਾ ਮੁਕਾਮ ਵੀ ਹੈ। ਜੰਡਿਆਲਾ, ਉਹਨਾਂ ਨੇ ਕਿਹਾ ਕਿ ਜੰਡਿਆਲਾ ਇਸ ਵੇਲੇ ਲਖਵਿੰਦਰ ਜੌਹਲ ਹੋਰਾਂ ਦੇ ਪਰਿਵਾਰ ਨਾਲ ਜਾਣਿਆ ਜਾਂਦਾ ਹੈ। ਅਸਲ ਦੇ ਵਿੱਚ ਜੰਡਿਆਲਾ ਜਿਹੜਾ ਉਹ ਸਾਡਾ ਪਰਿਵਾਰ ਤਾਂ ਇੱਕ ਨਿੱਕੀ ਜਿਹੀ ਹਸਤੀ ਜਾਂ ਨਿੱਕੀ ਜਿਹੀ ਉਸ ਪਿੰਡ ਦੀ ਇੱਕ ਇਕਾਈ ਹੈ। ਅਸਲ ਦੇ ਵਿੱਚ ਜੰਡਿਆਲਾ ਮੰਜਕੀ ਪਿੰਡ ਜਿਹੜਾ ਉਹ ਸੰਸਾਰ ਚਿੱਤਰ ਪੱਧਰ ਤੇ ਬਹੁਤ ਹੀ ਵੱਡੀਆਂ ਉਲਾਂਘਾਂ ਤੇ ਵੱਡੇ ਮਹੱਤਵ ਵਾਲਾ
ਪਿੰਡ ਹੈ। ਉਸ ਪਿੰਡ ਦੀ ਭਾਵੇਂ ਕਿ ਉਹ 2.5 ਸਦੀਆਂ ਪੁਰਾਣਾ ਪਿੰਡ ਹੈ, ਲੇਕਿਨ ਉਸ ਪਿੰਡ ਦਾ ਜੋ ਪਿਛੋਕੜ ਤੇ ਉਸ ਪਿੰਡ ਦਾ ਜੋ ਮਹੱਤਵ ਗਦਰੀ ਬਾਬਿਆਂ ਨੇ ਸਥਾਪਿਤ ਕਰ ਦਿੱਤਾ ਸੀ, ਉਹ ਸਭ ਤੋਂ ਵੱਡਾ ਮਹੱਤਵ ਹੈ। ਔਰ ਗਦਰੀ ਬਾਬੇ ਬਾਬਾ ਲਾਲ ਸਿੰਘ, ਬਾਬਾ ਗੁਰਨਾਮ ਸਿੰਘ, ਔਰ ਉਸ ਤੋਂ ਬਾਅਦ ਕਰਤਾਰ ਸਿੰਘ ਕਿਰਤੀ, ਫਿਰ ਭਾਈ ਸ਼ੇਰ ਸਿੰਘ ਹੋਰੀ, ਔਰ ਉਹ ਇਸ ਤਰ੍ਹਾਂ ਦੇ ਨਾਮ ਨੇ, ਕਾਮਰੇਡ ਪਿਆਰਾ ਸਿੰਘ, ਜਿਨ੍ਹਾਂ ਨੇ ਨਾ ਸਿਰਫ ਇਸ ਦੇਸ਼ ਦੀ ਆਜ਼ਾਦੀ ਵਿੱਚ ਹਿੱਸਾ ਪਾਇਆ, ਆਜ਼ਾਦੀ ਦੇ ਸੰਘਰਸ਼ ਵਿੱਚ ਹਿੱਸਾ ਪਾਇਆ, ਸਗੋਂ ਆਲੇ ਦੁਆਲੇ ਦੇ ਵਿੱਚ ਇੱਕ ਚੰਗੇ ਵਿਚਾਰ ਨੂੰ ਫੈਲਾਉਣ ਵਾਸਤੇ ਔਰ ਸੰਸਾਰ ਦੇ ਵਿੱਚ ਪੰਜਾਬੀ ਸੱਭਿਆਚਾਰ ਦੇ ਦੂਤਾਂ ਵਜੋਂ ਕੰਮ ਕਰਕੇ ਔਰ ਪਿੰਡ ਤੇ ਪਿੰਡ ਦੇ ਆਲੇ ਦੁਆਲੇ ਦੇ ਲੋਕਾਂ ਦੇ ਵਿੱਚ ਦੇਸ਼ ਪ੍ਰਤੀ ਇੱਕ ਜਾਗਰਤੀ ਪੈਦਾ ਕਰਕੇ ਇਸ ਪਿੰਡ ਨੂੰ ਬਹੁਤ ਵੱਡੇ ਮੁਕਾਮ ਤੇ ਲੈ ਆਉਂਦਾ ਸੀ। ਤੇ ਉਸ ਤੋਂ ਬਾਅਦ ਜਦੋਂ ਅਸੀਂ ਆਜ਼ਾਦੀ ਤੋਂ ਬਾਅਦ ਦੀ ਗੱਲ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਇੱਕ ਗੱਲ ਮੈਂ ਹੋਰ ਸਾਂਝੀ ਕਰਨਾ ਚਾਹੁੰਦਾ ਕਿ ਸਾਡੇ ਪਿੰਡ ਦੇ ਵਿੱਚ ਜਿਹੜਾ ਉਹ ਕਦੇ ਕਿਰਤੀ ਅਖਬਾਰ, ਜਿਹੜਾ ਕਿਰਤੀ ਕਿਸਾਨ ਮੂਵਮੈਂਟ ਦਾ ਬੁਲਾਰਾ ਸੀਗਾ, ਉਹ ਜੰਡਿਆਲਾ ਪਿੰਡ ਦੇ ਵਿੱਚੋਂ ਕਦੇ ਛਪਦਾ ਰਿਹਾ ਵੱਡੀ ਗੱਲ ਦਾ ਅੰਡਰਗਰਾਉਂਡ ਤੋਂ ਵੱਡੀ ਗੱਲ। ਔਰ 1942 ਦੇ ਭਾਰਤ ਛੱਡੋ ਅੰਦੋਲਨ ਦੇ ਵਿੱਚ ਜੰਡਿਆਲਾ ਵਿੱਚੋਂ ਜਥੇ ਜਾਂਦੇ ਰਹੇ, ਜਿਨ੍ਹਾਂ ਦੀਆਂ ਸਾਡੇ ਪਿੰਡ ਦੇ ਵਿੱਚ ਬਿਲਕੁਲ ਵਿਚਕਾਰ ਬੜੀ ਪੱਤੀ ਦੇ ਵਿੱਚ ਇੱਕ ਝੰਡਿਆਂ ਵਾਲਾ ਚੌਕ ਹੈ। ਉਹ ਚੌਕ ਹਮੇਸ਼ਾ ਹੀ ਜਿਹੜਾ ਉਹ ਇਸ ਦੇਸ਼ ਦੀ ਜਿਹੜੀ ਹੈ ਉਹ ਸਮੁੱਚੀ ਜਿਹੜੀ ਉਹ ਰਹਿਨਮਾਈ ਹੈ ਉਹਦੇ ਵਿੱਚ ਆਪਣਾ ਯੋਗਦਾਨ ਪਾਉਂਦਾ ਰਿਹਾ। ਤੇ 1942 ਦੇ ਅੰਦੋਲਨ ਦੇ, ਭਾਰਤ ਛੱਡੋ ਅੰਦੋਲਨ ਦੇ ਵਿੱਚ ਸਾਡੇ ਪਿੰਡ ਵਿੱਚੋਂ ਰੋਜ਼ ਇੱਕ ਜਥਾ ਗ੍ਰਿਫਤਾਰੀ ਦੇਣ ਲਈ ਜਾਂਦਾ ਰਿਹਾ, ਜਿਹਦੀਆਂ ਇਤਿਹਾਸਿਕ ਤੌਰ ਤੇ ਤਸਵੀਰਾਂ ਵੀ ਮੌਜੂਦ ਨੇ। ਇਸ ਤੋਂ ਬਿਨਾਂ ਮਹਾਤਮਾ ਗਾਂਧੀ ਜੀ ਨੇ ਜਦੋਂ ਜਿਹੜਾ ਉਹ ਨਮਕ ਅੰਦੋਲਨ ਸ਼ੁਰੂ ਕੀਤਾ ਸੀਗਾ, ਜਦੋਂ ਸਿੰਬੋਲਿਕ ਤੌਰ ਤੇ ਜਿਹੜਾ ਉਹ ਦੂਜਿਆਂ ਦੇ ਵਿੱਚ ਥਾਲਾਂ ਪਰਾਤਾਂ 'ਚ ਪਾਣੀ ਪਾ ਕੇ ਲੋਕਾਂ ਨੇ ਪਿੰਡ ਦੇ ਵਿੱਚ ਛੱਪੜਾਂ ਦੇ ਵਿੱਚੋਂ ਜਿਹੜਾ ਉਹ ਪਾਣੀ ਰੱਖ ਕੇ ਲੂਣ ਪੈਦਾ ਕਰਨ ਦਾ ਯਤਨ ਕੀਤਾ ਸੀਗਾ। ਇੱਕ ਤਰ੍ਹਾਂ ਨਾਲ ਅੰਗਰੇਜ਼ ਜਿਹੜੇ ਉਹ ਜ਼ਾਲਮ ਨੂੰ ਜਿਹੜਾ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਅਸੀਂ ਤੁਹਾਡੀਆਂ ਬਣਾਈਆਂ ਚੀਜ਼ਾਂ ਤੇ ਲੜਨਾ ਨਹੀਂ ਹੈਗੇ, ਸਵਦੇਸ਼ੀ ਦਾ ਇੱਕ ਸੰਕਲਪ ਦਿੱਤਾ ਸੀ। ਉਸ ਵੇਲੇ ਵੀ ਜੰਡਿਆਲਾ ਪਿੰਡ ਦੇ ਸਾਰੇ ਲੋਕਾਂ ਨੇ ਜਿਹੜਾ ਉਹ ਥਾਲੀਆਂ ਪਰਾਤਾਂ ਕੋਲੀਆਂ ਛੰਨਿਆਂ ਦੇ ਵਿੱਚ ਪਾਣੀ ਪਾ ਕੇ ਜਿਹੜਾ ਸਿੰਬੋਲਿਕ ਤੌਰ ਤੇ ਲੂਣ ਬਣਾਇਆ। ਇਸ ਕਰਕੇ ਮੇਰਾ ਪਿੰਡ ਬਹੁਤ ਹੀ ਇਤਿਹਾਸਕ ਪਿੰਡ ਹੈ ਤੇ ਮੇਰਾ ਬਚਪਨ ਜਦੋਂ ਇੱਥੇ ਬੀਤਦਾ ਤੇ ਮੇਰੀ ਸ਼ੁਰੂਆਤੀ ਜੋ ਸਾਰੀ ਜ਼ਿੰਦਗੀ ਹੈ ਉਹ ਵੀ ਉਹਨਾਂ ਲੋਕਾਂ ਦੇ ਨਾਲ ਵਿਚਰੀ ਜਿਹੜੇ ਉਸ ਆਜ਼ਾਦੀ ਅੰਦੋਲਨ 'ਚ ਹਿੱਸਾ ਲੈਣ ਤੋਂ ਬਾਅਦ ਉਹਨਾਂ ਦੀ ਅਗਲੀ ਪੀੜ੍ਹੀ ਜਿਹੜੀ ਹੈ ਉਹ ਇਸ ਸਮਾਜ ਨੂੰ ਬਦਲਣ ਲਈ ਜਿਹੜੀ ਹੈ ਉਹ ਕਾਰਜਸ਼ੀਲ ਹੈ। ਮੇਰੀ ਮੁਰਾਦ ਹੈ ਕਿ ਉਸ ਵੇਲੇ ਜੋ ਕਮਿਊਨਿਸਟ ਲਹਿਰ ਸੀ ਉਹਦੇ ਨਾਲ ਮੈਂ ਬਚਪਨ ਦੇ ਵਿੱਚ ਜੁੜ ਗਿਆ, ਕਿਉਂਕਿ ਮੇਰੇ ਆਪਣੇ ਪਿਤਾ ਜੀ ਵੀ ਜਿਹੜੇ ਉਹ CPI ਦੇ ਵੱਡੇ ਕਾਰਕੁਨ ਸੀਗੇ, ਇਸ ਕਰਕੇ ਕੁਦਰਤੀ ਤੌਰ ਤੇ ਸੀ ਕਿ ਮੈਂ ਉੱਥੇ ਜੁੜ ਗਿਆ। ਤੇ ਜਦੋਂ ਤੱਕ ਮੈਂ ਕਾਲਜ ਗਿਆ, ਸਭ ਤੋਂ ਜਿਹੜੀ ਮੈਂ ਬਹੁਤ ਮਾਣ ਨਾਲ ਇਹ ਗੱਲ ਕਹਿੰਦਾ ਕਿ ਜਿਸ ਕਾਲਜ ਵਿੱਚ ਮੈਂ ਦਾਖਲ ਹੋਇਆ ਉਸ ਕਾਲਜ ਦੇ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਤੇ ਉਸ ਕਾਲਜ ਦੇ ਵਿੱਚ ਪੰਜਾਬੀ ਜਿਹੜੇ ਅਧਿਆਪਕ ਮੈਨੂੰ ਪੜ੍ਹਾਉਂਦੇ ਸੀ ਉਹ ਰਘਵੀਰ ਸਿੰਘ ਸਿਰਜਣਾ ਸਨ। ਮਤਲਬ ਰਘਵੀਰ ਸਿੰਘ ਸਿਰਜਣਾ ਦੀ ਅਗਵਾਈ ਦੇ ਵਿੱਚ ਔਰ ਸੰਤ ਸਿੰਘ ਸੇਖੋਂ ਦੀ ਪ੍ਰਿੰਸੀਪਲਸ਼ਿਪ ਦੇ ਥੱਲੇ ਮੇਰੀ ਜਵਾਨੀ ਜਿਹੜੀ ਹੈ ਉਹ ਹੋਰ ਪੰਥ ਤੇ ਹੋਰ ਵੱਡੀ। ਤੇ ਮੇਰੀ ਸਭ ਤੋਂ ਪਹਿਲੀ ਕਵਿਤਾ ਵੀ ਡਾਕਟਰ ਰਘਵੀਰ ਸਿੰਘ ਹੋਰਾਂ ਨੂੰ ਦਿਖਾਉਣ ਤੋਂ ਬਾਅਦ ਕਾਲਜ ਮੈਗਜ਼ੀਨ ਜਿਹੜਾ ਸੀ ਬਾਜ਼ ਜਿਹਦਾ ਦੂਜਾ ਸਰਲੇਖ ਸੀ, ਉਹਦੇ ਵਿੱਚ ਹੀ ਮੇਰੀ ਸਭ ਤੋਂ ਪਹਿਲੀ ਕਵਿਤਾ ਛਪੀ। ਔਰ ਉਸ ਤੋਂ ਵੀ ਅਗਲੀ ਗੱਲ ਇਹ ਹੈ ਕਿ ਸਿਰਫ 2 ਸਾਲਾਂ ਦੇ ਵਕਫੇ ਦੇ ਬਾਅਦ ਹੀ ਜਦੋਂ ਮੈਂ ਕਾਲਜ ਗਿਆ ਤੇ ਮੈਂ BA ਸੈਕੰਡ ਈਅਰ ਪੜ੍ਹਦਾ ਸੀ ਤੇ ਮੈਂ ਉਸੇ ਬਾਜ਼ ਦਾ ਲੀਡਰ ਬਣ ਗਿਆ, ਸੰਪਾਦਕ ਬਣ ਗਿਆ ਕਾਲਜ ਦੇ ਵਿੱਚ। ਇਹ ਮੇਰੀ ਸ਼ੁਰੂਆਤ ਹੈ ਇਸ ਤਰ੍ਹਾਂ ਦੀ ਜਿਹਦੇ ਵਿੱਚ ਗੁਰਤੀ ਮੈਨੂੰ ਰਘਵੀਰ ਸਿੰਘ ਸਿਰਜਣਾ ਹੋਰਾਂ ਤੋਂ ਮਿਲੀ ਤੇ ਅੱਗੋਂ ਜਿਹੜਾ ਉਹ ਸਾਰੇ ਦਾ ਸਾਰਾ ਐਟਮੋਸਫੀਅਰ ਜਿਹਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਸਟੂਡੈਂਟ ਸੀ ਜਿਹੜੇ ਮੇਰੇ ਆਲੇ ਦੁਆਲੇ ਸੀ। ਉਹਦੇ ਵਿੱਚ ਸਤਨਾਮ ਚਾਨਾ ਸੀ, ਉਹਦੇ ਵਿੱਚ ਮੰਤਰਮ ਫਾਸਲਾ ਸੀ, ਉਹਦੇ ਵਿੱਚ ਜਗੀਰ ਜੌਲ ਸੀ, ਉਹਦੇ ਵਿੱਚ ਨਵਜੀਤ ਜੌਲ ਸੀ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਬਾਅਦ ਦੇ ਵਿੱਚ ਜਨਰਲ ਬੰਦੇ ਹੈਡ ਵੀ ਬਣੇ। ਇਹ ਸਾਰੇ ਸੰਗੀਤ ਸਾਥੀ ਸੀ ਮੇਰੇ, ਜਿਨ੍ਹਾਂ ਕਰਕੇ ਜਿਹੜਾ ਉਹ ਫਿਰ ਅਸੀਂ ਸੁਰਿੰਦਰ ਢੇਸੀ ਸੀ ਤੇ ਗੁਰਚੇਤਨ ਜੌਲ ਸੀ ਜਿਹੜੇ ਹੁਣ ਇਸ ਵੇਲੇ ਕੈਨੇਡਾ ਵਿੱਚ ਨੇ, ਮੰਗਾ ਬਾਸੀ ਸੀ ਜਿਹੜਾ ਉਹ ਕੈਨੇਡਾ ਦੇ ਵਿੱਚ ਵੱਡੇ ਪੋਇਟ ਨੇ। ਅਸੀਂ ਸਾਰੇ ਇੱਕ ਇਸ ਤਰ੍ਹਾਂ ਦੇ ਵਾਤਾਵਰਨ ਦੇ ਵਿੱਚ ਗਰੋ ਕਰ ਰਹੇ ਸੀ, ਵੱਧ ਫੁੱਲ ਰਹੇ ਸੀ ਕਿ ਜਿਹੜੇ ਨਾ ਸਿਰਫ ਜਿਹੜਾ ਉਹ ਲਿਟਰੇਚਰ, ਨਾ ਸਿਰਫ ਆਪਣੀ ਜਿੰਨੀ ਵੀ ਪੜ੍ਹਾਈ ਅਸੀਂ ਕਰਦੇ ਸੀ, ਉਹ ਸਗੋਂ ਜਿਹੜਾ ਇਸ ਸਮਾਜ ਨੂੰ ਬਦਲਣ ਦੀ ਇੱਕ ਸੋਝੀ ਲੈ ਕੇ ਅਸੀਂ ਇੱਕ ਫੈਲਾਓ ਜਿਹੜਾ ਉਹ ਪੈਦਾ ਕਰਨ ਦਾ ਯਤਨ ਕਰ ਰਹੇ। ਇਹ ਬੜਾ ਵੱਡਾ ਇਤਿਹਾਸਕ ਸਫ਼ਰ ਜੌਲ ਸਾਹਿਬ ਨੇ ਸਾਡਾ ਸਾਂਝਾ ਕੀਤਾ ਕਿ ਜਿੱਥੇ ਜੰਡਿਆਲੇ ਦੇ ਇਤਿਹਾਸ ਦੀ ਗੱਲ ਕੀਤੀ, ਉੱਥੇ ਆਪਣੇ ਵੀ
ਇੱਕ ਇਤਿਹਾਸ ਨੂੰ ਜਿਹੜਾ ਸਾਡੇ ਸਾਹਮਣੇ ਪੇਸ਼ ਕਰਕੇ ਦਿਖਾ ਦਿੱਤਾ, ਕਿਉਂਕਿ ਜਿਹੜਾ ਇਤਿਹਾਸ ਹੁੰਦਾ ਉਹਦੇ 'ਚ ਕਵਿਤਾ ਦਾ ਬਹੁਤ ਵੱਡਾ ਯੋਗਦਾਨ ਹੁੰਦਾ। ਪਰ ਜੌਹਲ ਸਾਹਿਬ ਨੇ ਆਵਾਜ਼ ਮੈਗਜ਼ੀਨ ਦੀ ਗੱਲ ਕੀਤੀ ਆ, ਪਰ ਮੈਂ ਇੱਕ ਪੰਜਾਬੀਆਂ ਦੇ ਨਾਲ ਹੋਰ ਗੱਲ ਸਾਂਝੀ ਕਰਾਂ ਕਿ ਅੱਜ ਵੀ ਉਹ ਜਿਹੜਾ ਜੰਡਿਆਲੇ ਦਾ ਗਵਰਨਮੈਂਟ ਕਾਲਜ ਸੀ, ਜਿਸ ਦਿਨ ਮੈਂ ਦੇਖਦਾ ਸੀ ਕਿ ਹੁਣ ਕਾਲਜਾਂ ਦਾ ਜਿੱਦਾਂ ਦਾ ਹਾਲ ਹੋ ਰਿਹਾ, ਉਸ ਤੋਂ ਬਾਅਦ ਇੱਕ ਵਾਰੀ ਹੁਣ ਦੁਬਾਰਾ ਫੇਰ ਉਹਨੇ ਪਲਾਂਘ ਪੱਟੀ ਆ ਉਸ ਜੰਡਿਆਲੇ ਦੇ ਕਾਲਜ ਨੇ, ਔਰ ਜੌਹਲ ਸਾਹਿਬ ਉਦੋਂ ਵੀ ਉਸ ਕਾਲਜ ਦੇ ਵਿੱਚ ਸੀਗੇ। ਜਿਸ ਦਿਨ ਉਸ ਕਾਲਜ ਦੀ ਦੁਬਾਰਾ ਇਹਨਾਂ ਨੇ ਦਿੱਖ ਪੱਖ ਸੁਧਾਰੀ ਆ, ਤੇ ਜੌਹਲ ਸਾਹਿਬ ਉਦੋਂ ਵੀ ਯਤਨ ਕਰ ਰਹੇ ਸੀ। ਇਹੀ ਇੱਕ ਵੱਡਾ ਯੋਗਦਾਨ ਹੁੰਦਾ ਕਿ ਜਿੱਥੋਂ ਸਾਨੂੰ ਇੱਕ ਸ਼ਬਦਾਂ ਦੀ ਗੁੜਤੀ ਮਿਲੀ ਆ, ਉਹਨੂੰ ਅਸੀਂ ਕਦੀ ਭੁਲਾਇਆ ਨਹੀਂ। ਸੋ ਜੌਹਲ ਸਾਹਿਬ ਨੇ ਉਹ ਜਿਹੜੀ ਕਵਿਤਾ ਵਾ, ਜਿੱਦਾਂ ਗਦਰ ਲਹਿਰ ਦੀ ਕਵਿਤਾ ਨੇ ਬੜਾ ਵੱਡਾ ਯੋਗਦਾਨ ਪਾਇਆ। ਮੈਨੂੰ ਲੱਗਦਾ ਕਿ ਬੀਜ ਕਵਿਤਾ ਦਾ ਤੁਹਾਡੇ ਅੰਦਰ ਉਦੋਂ ਡਿੱਗ ਚੁੱਕਾ ਸੀ ਜਦੋਂ ਤੁਸੀਂ ਰਾਈਟਰ ਬਣ ਚੁੱਕੇ ਸੀ, ਔਰ ਉਹ ਜਿਹੜੀ ਫਿਰ ਉਸ ਤੋਂ ਬਾਅਦ ਕਾਵਿ ਯਾਤਰਾ ਤੁਹਾਡੀ ਸ਼ੁਰੂ ਹੋਈ, ਔਰ ਅਥਰੂ ਦੀ ਆਤਮ ਕਥਾ ਜਿਹੜਾ ਅਨੁਵਾਦ ਵੀ ਹਿੰਦੀ ਵਿੱਚ ਬੜਾ ਹੋਇਆ, ਔਰ ਉਹ ਕਿਤਾਬ ਜਿਹੜੀ ਬੜੀ ਚਰਚਾ ਦੇ ਵਿੱਚ ਆਇਆ। ਬਲਕਿ ਸਾਰੀਆਂ ਕਿਤਾਬਾਂ ਚਰਚਾ ਦੇ ਵਿੱਚ ਰਹੀਆਂ। ਕਿ ਸ਼ਬਦਾਂ ਦੀ ਸੰਸਦ ਦੀ ਗੱਲ ਕਰੀਏ, ਜੇ ਵਾਰਤਕ ਸੀ ਤੇ ਵਾਰਤਕ ਦੇ ਵਿੱਚ ਵੀ ਉਹ ਮੈਨੂੰ ਲੱਗਦਾ ਸੀ, ਮੈਂ ਵੀ ਜਦੋਂ ਉਸ ਕਿਤਾਬ ਨੂੰ ਪੜ੍ਹਿਆ ਸੀ ਤੇ ਬੜੀ ਮੈਨੂੰ ਸਵਾਦਲੀ ਜੀ ਵਾਰਤਕ ਦਾ ਆਨੰਦ ਆਇਆ ਜੀ, ਔਰ ਮੈਂ ਤੁਹਾਡੇ ਨਾਲ ਉਹ ਸਾਂਝਾ ਵੀ ਕੀਤਾ ਸੀ ਆਪਣਾ ਜਿਹੜਾ ਅਨੁਭਵ ਸੀ। ਸੋ ਇਹ ਜਿਹੜਾ ਤੁਹਾਡਾ ਸਫ਼ਰ ਸੀ, ਉਹ ਮੈਂ ਯਾਤਰਾ ਥੋੜੀ ਜਿਹੀ ਜਾਣਨੀ ਚਾਹੁੰਦਾ ਹਾਂ ਕਿ ਕਵਿਤਾ ਤੋਂ ਸ਼ੁਰੂ ਕਰਕੇ ਵਾਰਤਕ ਤੱਕ ਔਰ ਅਥਰੂ ਦੀ ਆਤਮ ਕਥਾ ਤੱਕ ਇਹ ਜਿਹੜਾ ਸਫ਼ਰ ਆ ਉਹ ਸਾਡੇ ਪੰਜਾਬੀ ਸਰੋਤਿਆਂ ਨਾਲ ਜ਼ਰੂਰ ਸਾਂਝਾ ਕਰੋ, ਕਿਉਂਕਿ ਸਾਡੇ ਨਾਲ ਸਾਹਿਤਕਾਰ ਵੀ ਬਹੁਤ ਜੁੜਦੇ ਨੇ। ਸਾਡੇ ਮਨ 'ਚ ਇੱਕ ਜਿਗਿਆਸਾ ਪੈਦਾ ਹੋ ਜਾਂਦੀ ਆ ਕਿ ਅਸੀਂ ਉਹ ਤੇ ਆਪਣੀ ਮਿਟਾ ਲਈਏ ਕਿਸ ਤਰ੍ਹਾਂ ਕਿ ਜੌਹਲ ਸਾਹਿਬ ਨੇ ਕਿੱਥੋਂ ਸਫ਼ਰ ਸ਼ੁਰੂ ਕੀਤਾ ਸੀ ਤੇ ਅਥਰੂ ਦੀ ਆਤਮ ਕਥਾ ਤੱਕ ਜਿਹੜੇ ਆ ਉਹ ਆ ਗਏ। ਔਰ ਅਥਰੂ ਦੀ ਆਤਮ ਕਥਾ ਬਾਰੇ ਵੀ ਤੁਸੀਂ ਥੋੜੇ ਜਿਹੇ ਅਨੁਭਵ ਜਿਹੜੇ ਆਪਣੇ ਸਾਂਝੇ ਕਰੋ, ਕਿਉਂਕਿ ਲੇਟੈਸਟ ਤੁਹਾਡੀ ਉਹ ਪੋਇਟਰੀ ਹੈ। ਬਿਲਕੁਲ ਤੁਸੀਂ ਠੀਕ ਕਿਹਾ ਕਿ ਵੈਸੇ ਮੈਂ ਵਾਰਤਕ ਬਹੁਤ ਜ਼ਿਆਦਾ ਨਹੀਂ ਲਿਖੀ, ਲੇਕਿਨ ਵਾਰਤਕ ਦੀ ਜਿਹੜੀ ਮੇਰੀ ਕਿਤਾਬ ਹੈ ਉਹ ਹੈ ਅਣਲਿਖੇ ਵਰਕੇ। ਉਹਨੂੰ ਮੈਂ ਵਾਰਤਕ ਵੀ ਨਹੀਂ ਕਹਿੰਦਾ, ਉਹਨੂੰ ਅਸਲ 'ਚ ਕਾਵਿ ਨਿਬੰਧ ਕਿਹਾ, ਕਿਉਂਕਿ ਪੰਜਾਬੀ ਦੇ ਵਿੱਚ ਕਾਵਿ ਨਿਬੰਧ ਲਿਖਣ ਦੀ ਪਿਰਤ ਨਹੀਂ ਹੈਗੀ, ਲਲਿਤ ਨਿਬੰਧ ਲਿਖਣ ਦੀ ਪਿਰਤ ਸੀ ਜਿਹੜੀ ਕੁਲਵੀਰ ਸਿੰਘ ਕਾਹਲ ਨੇ ਸ਼ੁਰੂ ਕੀਤੀ ਸੀ। ਲੇਕਿਨ ਮੈਨੂੰ ਲੱਗਦਾ ਸੀ ਕਿ ਜਿਹੜੀ ਮਤਲਬ ਕਾਵਿਕ ਜਿਹਨੂੰ ਆਪਾਂ ਕਹਿੰਦੇ ਆ ਕਿ ਕਾਵਿਕ ਨਿਬੰਧ ਜਿਹੜੇ ਨੇ, ਜਾਂ ਜਿਹਨੂੰ ਦੂਸਰੇ ਤਰੀਕੇ ਨਾਲ ਕਹਿ ਲਓ ਕਿ ਜਿਹੜੀ ਉਹ ਨਿਬੰਧ ਜਿਹੜੀ ਹੈ ਉਹ ਪੋਇਟਿਕ ਐਸੇਜ਼ ਜਿਹੜੇ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਅਲੱਗ ਵਿਧਾ ਹੈ, ਤੇ ਉਹਨੂੰ ਜਿਹੜਾ ਉਹ ਕਾਵਿ ਨਿਬੰਧ ਦਾ ਨਾਮ ਦੇਣਾ ਜ਼ਿਆਦਾ ਸਹੀ ਲੱਗਦਾ ਮੈਨੂੰ ਲਲਿਤ ਨਿਬੰਧ ਦੀ ਬਜਾਏ। ਇਸ ਕਰਕੇ ਮੈਂ ਜਿਹੜੀ ਮੇਰੀ ਅਣਲਿਖੇ ਵਰਗੇ ਕਿਤਾਬ ਸੀ ਉਹ ਅਸਲ ਦੇ ਵਿੱਚ ਮੇਰੀ ਪੋਇਟਿਕ ਐਸੇਜ਼ ਦੀ ਉਹ ਕਿਤਾਬ ਵੀ ਮੇਰੀ ਕਾਫੀ ਜਿਹੜੀ ਉਹ ਪ੍ਰਚਲਿਤ ਹੈ, ਉਹਦੀ ਵੀ ਹਿੰਦੀ ਦੇ ਵਿੱਚ ਉਹਦੀ ਵੀ ਟ੍ਰਾਂਸਲੇਸ਼ਨ। ਵੈਸੇ ਮੇਰੀ ਕਵਿਤਾ ਦੀ ਸ਼ੁਰੂਆਤ ਜਿਹੜੀ ਹੈ ਭਾਵੇਂ ਕਿ ਉਹ ਕਾਲਜ ਮੈਗਜ਼ੀਨ ਤੋਂ ਹੋ ਚੁੱਕੀ ਸੀ ਔਰ 1974-75 ਦੇ ਵਿੱਚ ਹੀ ਹੋ ਗਈ ਸੀ, ਲੇਕਿਨ ਕਿਤਾਬ ਮੇਰੀ ਜਿਹੜੀ ਹੈ ਉਹ ਛਪੀ 1990 ਵਿੱਚ ਆ ਕੇ, ਜਿਹੜੀ ਦੀਪਕ ਪਬਲਿਸ਼ਰ ਜਲੰਧਰ ਸੀ, ਉਹਦਾ ਟਾਈਟਲ ਸੀ ਬਹੁਤ ਦੇਰ ਹੋਈ। ਤੇ ਬਹੁਤ ਦੇਰ ਹੋਈ ਦੇ ਵਿੱਚ ਮੇਰੀਆਂ ਕਵਿਤਾਵਾਂ ਵੀ ਸੀ, ਗਜ਼ਲਾਂ ਵੀ ਸੀ, ਕੁਝ ਗੀਤ ਵੀ ਸੀਗੇ, ਮਤਲਬ ਰਲੀ ਮਿਲੇ ਜਿਹੜੇ ਨਾ ਉਹ ਕਾਵਿ ਦੇ ਵਿੱਚ ਪੋਇਟਰੀ ਕੀਤੀ ਸੀ। ਲੇਕਿਨ ਉਸ ਤੋਂ ਬਾਅਦ ਫਿਰ 10 ਸਾਲ ਦਾ ਵਕਫਾ 10 ਸਾਲ ਮੇਰੀ ਫਿਰ ਕੋਈ ਕਿਤਾਬ ਨਹੀਂ ਆਈ, ਤੇ ਫਿਰ ਸਾਲ 2000 ਦੇ ਵਿੱਚ ਮੇਰੀ ਦੂਸਰੀ ਕਿਤਾਬ ਆਈ ਮਨੋਵੇ। ਤੇ ਜਦੋਂ ਮੇਰੀ ਮਨੋਵੇ ਕਿਤਾਬ ਆਈ ਉਸ ਵੇਲੇ ਮੈਂ ਦੂਰਦਰਸ਼ਨ ਦੇ ਵਿੱਚ ਜਿਹੜਾ ਉਹ ਪ੍ਰੋਗਰਾਮ ਅਧਿਕਾਰੀ ਸੀਗਾ, ਲੇਕਿਨ ਉਸੇ ਸਾਲ ਹੀ ਮੇਰੀ ਟ੍ਰਾਂਸਫਰ ਜਿਹੜੀ ਹੈ ਇੱਥੋਂ ਗਵਾਲੀਅਰ ਦੀ ਹੋ ਗਈ, ਗਵਾਲੀਅਰ ਚਲੇ ਗਿਆ। ਤੇ ਜਦੋਂ ਮੈਂ ਗਵਾਲੀਅਰ ਸਿਰਫ ਮੈਨੂੰ 8 ਮਹੀਨੇ ਜਿਹੜਾ ਉਹ ਨੌਕਰੀ ਕਰਨੀ ਪਈ, ਉਸ ਤੋਂ ਬਾਅਦ ਮੈਨੂੰ ਦਿੱਲੀ ਭੇਜ ਭਾਰਤ ਸਰਕਾਰ ਨੇ ਦਿੱਲੀ ਮੇਰੀ ਪੋਸਟਿੰਗ ਕਰਤੀ ਡੀਡੀ ਨਿਊਜ਼ ਦੇ ਵਿੱਚ। ਜਦੋਂ ਮੈਂ ਦਿੱਲੀ ਆਇਆ ਉਹ ਮੇਰਾ ਕਾਫੀ ਜਰਖੇਜ਼ ਸਮਾਂ ਸੀਗਾ, ਉਹਦੇ ਵਿੱਚ ਮੇਰੇ ਕੋਲ ਸਮਾਂ ਕਾਫੀ ਸੀਗਾ, ਕਿਉਂਕਿ ਜਿਹੜੇ ਬਾਕੀ ਕੰਮ ਜਿਹੜੇ ਮੈਂ ਕਰ ਰਿਹਾ ਸੀਗਾ, ਮਤਲਬ ਇੱਥੇ ਕੋਈ ਜਥੇਬੰਦੀ ਦੇ ਕੁਝ ਹੋਰ ਸਾਰੇ ਉਹ ਪਿੱਛੇ ਪੈ ਗਏ ਇੱਕ ਤਰ੍ਹਾਂ ਨਾਲ, ਤੇ ਮੈਂ ਆਪਣੀ ਡਿਊਟੀ ਕਰਨ ਤੋਂ ਬਿਨਾਂ ਫਿਰ ਮੇਰੇ ਕੋਲ ਕਾਫੀ ਸਮਾਂ ਵਿਹਲਾ ਹੁੰਦਾ ਸੀ। ਤੇ ਉਸ ਸਮੇਂ ਦੌਰਾਨ ਉਹ 4 ਸਾਲ ਦਾ ਸਮਾਂ ਜਿਹੜਾ ਉਹਦੇ ਵਿੱਚ ਫਿਰ ਮੇਰੀ ਤੀਜੀ ਕਿਤਾਬ ਸਾਹਾਂ ਦੀ ਸਰਗਮ ਆਈ, ਔਰ ਉਸ ਵੇਲੇ ਜਿਹੜਾ ਉਹ ਫਿਰ ਚੌਥੀ ਕਿਤਾਬ ਜਿਹੜੀ ਮੇਰੀ ਸੀ ਉਹ ਸੀ ਇੱਕ ਸੁਪਨਾ ਇੱਕ ਸੰਵਾਦ, ਜਿਹੜੀ ਮੈਂ ਸ਼ਹੀਦ ਭਗਤ ਸਿੰਘ ਤੇ ਮਹਾਤਮਾ ਗਾਂਧੀ ਕਾਲਪਨਿਕ ਸੰਵਾਦ ਆਪਣੇ ਆਪ 'ਚ ਉਹਦੀ ਕਾਫੀ ਜ਼ਿਆਦਾ ਚਰਚਾ ਆਪਣੇ ਆਪ ਦੇ ਵਿੱਚ ਰਾਜਨੀਤਿਕ ਤੌਰ ਤੇ ਵੀ ਇੱਕ ਡਿਸਕੋਰਸ ਪੈਦਾ ਕਰਦੀ ਸੀ। ਔਰ ਦੂਸਰੀ ਗੱਲ ਇਹ ਹੈ ਕਿ ਜਿਹੜੇ ਲੋਕ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਰਾਜਨੀਤਿਕ ਤੌਰ ਤੇ ਪੂਰੇ ਸਜਗ ਸਾਹਿਤਕਾਰ ਸੀਗੇ, ਉਹਨਾਂ ਨੇ ਉਸ ਕਿਤਾਬ ਨੂੰ ਬਹੁਤ ਨੇੜੇ ਤੋਂ ਪੜ੍ਹਿਆ ਤੇ ਨੋਟਿਸ ਲਿਆ। ਉਹਦੇ ਵਿੱਚ
डॉक्टर रजनीश बहादुर ने बहुत लंबा आर्टिकल लिखा, रविंद्र भंडाल उन्होंने बहुत लंबा आर्टिकल लिखा, और सब तो अगली गल जिहदे ते मैनूं बहुत ज़्यादा माण हुंदा है वो डॉक्टर तेजवंत गिल होरां ने बहुत बड़ा ਉਹਦੇ ਤੇ आर्टिकल लिखा। ਤੇ ਉਸ ਜਿਹੜਾ तेजवंत गिल होरां ने आर्टिकल लिखा ਉਹ ਜਦੋਂ ਉਹਦਾ ਹਿੰਦੀ ਟ੍ਰਾਂਸਲੇਸ਼ਨ ਹੋਈ 101 ਸੰਵਾਦ ਦੀ ਜਿਹੜੀ ਰਾਮ ਸਿੰਘ ਚਾਹਲ ਹੋਰਾਂ ਨੇ ਕੀਤੀ ਸੀ। ਰਾਮ ਸਿੰਘ ਚਾਹਲ ਹੁਣ ਇਸ ਦੁਨੀਆ 'ਚ ਨਹੀਂ ਹੈਗੇ, ਮੈਂ ਹਮੇਸ਼ਾ ਉਹਨਾਂ ਨੂੰ ਸਜਦਾ ਕਰਦਾ। ਤੇ ਉਸ ਕਿਤਾਬ ਦਾ ਫਿਰ ਮੈਂ ਮੁੱਖ ਮੰਤਰ ਡਾਕਟਰ ਤੇਜਵੰਤ ਗਿੱਲ ਹੋਰਾਂ ਵਾਲੇ ਆਰਟੀਕਲ ਨੂੰ ਬਣਾ ਦਿੱਤਾ, ਔਰ ਇਸ ਕਰਕੇ ਉਸ ਕਿਤਾਬ ਦਾ ਚਰਚਾ ਹੋਇਆ। ਉਸ ਕਿਤਾਬ ਦਾ ਇੱਕ ਹੋਰ ਪਹਿਲੂ ਵੀ ਹੈ ਕਿਉਂਕਿ ਉਹ ਸੰਵਾਦ ਸੀ ਉਹਦੇ ਵਿੱਚ ਫਿਰ ਕੇਵਲ ਧਾਲੀਵਾਲ ਹੋਰਾਂ ਨੇ ਜਿਹੜੇ ਕਿ ਸ਼੍ਰੋਮਣੀ ਨਾਟਕਕਾਰ ਨੇ ਸਾਡੇ ਮਤਲਬ ਸਮਿਆਂ ਦੇ, ਉਹਨਾਂ ਨੇ ਉਹਦੇ ਉੱਪਰ ਪਲੇ ਬਣਾ ਕੇ ਅੰਮ੍ਰਿਤਸਰ ਜਿਹੜਾ ਉਹ ਖੇਲਿਆ ਉਸੇ ਟਾਈਟਲ ਦੇ ਦਿੱਤੀ। ਤੇ ਉਸ ਵੇਲੇ ਕਾਨ ਸਿੰਘ ਪੰਨੂ ਹੋਰੀ ਸੀ ਸੀਗੇ ਤੇ ਕਾਨ ਸਿੰਘ ਪੰਨੂ ਹੋਰਾਂ ਨੇ ਸਪੈਸ਼ਲ ਐਪਰੀਸ਼ੀਏਸ਼ਨ ਜਿਹੜੀ ਉਹ ਮੈਨੂੰ ਭੇਜੀ ਵੀ ਕਿ ਇਹ ਤੁਹਾਡੀ ਬਹੁਤ ਸੋਹਣੀ ਕਿਤਾਬ ਹੈ। ਇਸ ਤੋਂ ਵੀ ਬਿਨਾਂ ਗੁਰਚਰਨ ਚੰਨੀ ਜਿਹੜੇ ਚੰਡੀਗੜ੍ਹ ਦੇ ਬਹੁਤ ਵੱਡੇ ਥੀਏਟਰਿਸਟ ਸੀਗੇ, ਉਹ ਵੀ ਹੁਣ ਇਸ ਦੁਨੀਆ 'ਚ ਨਹੀਂ ਹੈਗੇ, ਉਹਨਾਂ ਨੇ ਜਿਹੜਾ ਇੰਡੀਅਨ ਥੀਏਟਰ ਫੈਸਟੀਵਲ ਜਿਹੜਾ ਕਲਕੱਤਾ 'ਚ ਹੋਇਆ ਸੀਗਾ ਉਹਦੇ ਵਿੱਚ ਜਾ ਕੇ ਇਹਦੇ ਕੁਝ ਪੋਰਸ਼ਨ ਇਸ ਕਿਤਾਬ ਦੇ ਵਿੱਚੋਂ ਉੱਥੇ ਖੇਡੇ ਤੇ ਮੇਰੇ ਤੋਂ ਬਕਾਇਦਾ ਉਹਦੀ ਪਰਮਿਸ਼ਨ ਲੈ ਕੇ ਗਏ ਕਿ ਮੈਂ ਉੱਥੇ ਇੰਡੀਅਨ ਥੀਏਟਰ ਫੈਸਟੀਵਲ ਬੜੀ ਖੁਸ਼ੀ ਹੋ ਰਹੀ ਸਾਨੂੰ। ਇਸ ਕਰਕੇ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਆਪਣੇ ਆਪ ਦੇ ਵਿੱਚ ਤੁਹਾਨੂੰ ਬਹੁਤ ਬੁਲਾਰਾ ਅੱਗੋਂ ਜਿਹੜਾ ਕਰ ਰਹੀ ਹੈ। ਹੁਣ ਜਿਹੜੀ ਕਿਤਾਬ ਦੀ ਤੁਸੀਂ ਲੇਟੈਸਟ ਗੱਲ ਕਰ ਰਹੇ ਸੀਗੇ ਉਹ ਹੈਗੀ ਹੈ ਕਿ ਅਥਰੂ ਦੀ ਆਤਮ ਕਥਾ। ਅਥਰੂ ਦੀ ਆਤਮ ਕਥਾ ਮੇਰੀ ਲੰਮੀ ਕਵਿਤਾ ਹੈ। ਇਹਦੇ ਵਿੱਚ ਮੈਂ ਇੱਕ ਹੋਰ ਵਾਅਦਾ ਕਰ ਦੇਵਾਂ ਤੁਹਾਡੀ ਗੱਲ ਦੇ ਵਿੱਚ ਕਿ ਮੈਂ ਲੰਮੀ ਕਵਿਤਾ ਤੇ ਹੱਥ ਅਜ਼ਮਾਉਣ ਵਾਲਾ ਵੀ ਮੈਂ ਪੰਜਾਬੀ ਕਵੀ ਜਿਹੜਾ ਆ ਉਹ ਮਤਲਬ ਦੂਜੇ ਕਵੀਆਂ ਨਾਲੋਂ ਥੋੜਾ ਅਲੱਗ ਇਸ ਕਰਕੇ ਹੈ ਕਿ ਮੈਂ 3 ਲੰਮੀਆਂ ਕਵਿਤਾਵਾਂ ਲਿਖੀਆਂ। ਇੱਕ ਸੁਪਨਾ ਇੱਕ ਸੰਵਾਦ ਵੀ ਇੱਕ ਲੰਮੀ ਕਵਿਤਾ ਸੀ। ਉਸ ਤੋਂ ਬਾਅਦ ਮੈਂ ਬਲੈਕ ਹੋਲ ਲਿਖੀ, ਉਹ ਵੀ ਲੰਮੀ ਕਵਿਤਾ ਸੀ। ਬਲੈਕ ਹੋਲ ਦਾ ਅੰਗਰੇਜ਼ੀ ਅਨੁਵਾਦ ਵੀ ਹੋਇਆ, ਅੰਗਰੇਜ਼ੀ ਵਿੱਚ ਵੀ ਛਪੀ ਬਲੈਕ ਹੋਲ ਦਾ ਮਤਲਬ ਮੈਂ ਇਹ ਸੀਗਾ ਅਸਲ ਦੇ ਵਿੱਚ ਵਿਸ਼ਵੀਕਰਨ ਤੇ ਕਿਤਾਬ ਸੀ। ਵਿਸ਼ਵੀਕਰਨ ਜਿਹੜਾ ਉਹ ਆਪਣੇ ਆਪ ਦੇ ਵਿੱਚ ਇੱਕ ਬਲੈਕ ਹੋਲ ਹੈ ਜਿਹੜਾ ਸਾਡੀਆਂ ਨਵੀਆਂ ਕਦਰਾਂ ਕੀਮਤਾਂ ਨੂੰ, ਸਾਡੇ ਸੱਭਿਆਚਾਰ ਨੂੰ, ਸਾਡੀਆਂ ਜਿਹੜੀਆਂ ਉਹ ਪਛਾਣਾਂ ਨੂੰ ਇੱਕ ਤਰ੍ਹਾਂ ਨਾਲ ਨਿਗਲ ਰਿਹਾ। ਜਿਵੇਂ ਆਕਾਸ਼ ਗੰਗਾਵਾਂ ਨੂੰ ਜਿਹੜਾ ਬਲੈਕ ਹੋਲ ਨਿਗਲ ਜਾਂਦਾ ਇਦਾਂ ਹੀ ਭਸਮ ਕਰ ਦਿੰਦਾ ਹੈ, ਇਸੇ ਤਰ੍ਹਾਂ ਜਿਹੜਾ ਉਹ ਵਿਸ਼ਵੀਕਰਨ ਜਿਹੜਾ ਉਹ ਸਾਡੀਆਂ ਸੱਭਿਆਤਾਵਾਂ ਨੂੰ, ਸਾਡੇ ਮਤਲਬ ਨਵੇਂ ਜਿਹੜੇ ਪੁੰਗਰ ਰਹੇ ਜਿਹੜੇ ਹੋ ਕੇ ਵਿਕਸਿਤ ਹੋ ਰਹੇ ਸੱਭਿਆਚਾਰ ਹੈ ਉਹਨਾਂ ਨੂੰ ਨਿਗਲ ਕੇ ਆਪਣੇ ਆਪ ਦੇ ਵਿੱਚ ਉਹ ਆਪਣੇ ਜਿਹੜਾ ਉਹ ਭਸਮ ਕਰਦਾ। ਇਸ ਕਰਕੇ ਉਹ ਕਿਤਾਬ ਵੀ ਮੇਰੀ ਕਾਫੀ ਚਰਚਾ ਦੇ ਵਿੱਚ ਹੋਈ। ਉਹਦੇ ਬਾਰੇ ਡਾਕਟਰ ਆਤਮ ਰੰਧਾਵਾ ਨੇ ਅੰਮ੍ਰਿਤਸਰ ਖਾਲਸਾ ਕਾਲਜ ਦੇ ਪੰਜਾਬੀ ਦੇ ਡਿਪਾਰਟਮੈਂਟ ਉਹਨਾਂ ਨੇ ਇੱਕ ਵੱਡਾ ਆਰਟੀਕਲ ਲਿਖਿਆ ਸੀਗਾ। ਉਹਨਾਂ ਨੇ ਮਤਲਬ ਜਿਹੜਾ ਉਹ ਟ੍ਰਿਬਿਊਨ ਦੇ ਵਿੱਚ ਲਿਖਿਆ ਸੀ ਪੰਜਾਬੀ ਟ੍ਰਿਬਿਊਨ। ਮਤਲਬ ਇਸ ਤਰ੍ਹਾਂ ਕਰਕੇ ਮੇਰੀਆਂ ਕਵਿਤਾਵਾਂ ਨੂੰ, ਮੇਰੀਆਂ ਖਾਸ ਤੌਰ ਤੇ ਲੰਮੀਆਂ ਕਵਿਤਾਵਾਂ ਤੇ ਇਹ ਹੁਣ ਜਿਹੜੀ ਅਥਰੂ ਦੀ ਆਤਮ ਕਥਾ ਇਹ ਮੇਰੀ ਤੀਸਰੀ ਲੰਮੀ ਕਵਿਤਾ ਹੈ ਜਿਹਨੂੰ ਮੈਂ ਅਸਲ ਦੇ ਵਿੱਚ ਅਥਰੂ ਦੀ ਆਤਮ ਕਥਾ ਜਿਹੜੀ ਉਹਨੂੰ ਮੈਂ ਸਿੰਬੋਲਿਕ ਤੌਰ ਤੇ ਮੈਂ ਆਪਣੀ ਆਤਮ ਕਥਾ ਪੋਇਟਰੀ ਵਿੱਚ ਲਿਖ ਰਿਹਾ ਕਿ ਆਪਣਾ ਬਚਪਨ ਕਿਵੇਂ ਆ, ਤੁਹਾਡੇ ਰਿਸ਼ਤੇ ਕਿਵੇਂ ਨੇ, ਤੁਹਾਡੇ ਦੋਸਤੀਆਂ ਕਿਵੇਂ ਨੇ, ਤੁਹਾਡੇ ਇਸ਼ਕ ਕਿਵੇਂ ਨੇ, ਤੁਹਾਡਾ ਘਰ ਪਰਿਵਾਰ ਕੀ ਹੈ, ਔਰ ਉਸ ਤੋਂ ਬਾਅਦ ਫਿਰ ਮੈਂ ਅੱਗੇ ਉਹਨੂੰ ਜੋੜ ਲਿਆ ਕਿ ਸਾਡੀ ਸੁਸਾਇਟੀ ਦਾ ਜੋ ਸੈਟਅਪ ਹੈ ਉਹ ਕਿਹੋ ਜਿਹਾ, ਔਰ ਸੁਸਾਇਟੀ ਦੇ ਸੈਟਅਪ ਦੇ ਵਿੱਚ ਕਿਉਂਕਿ ਮੈਂ ਜਿਸ ਦੌਰ ਦੇ ਵਿੱਚ ਲਿਖ ਰਿਹਾ ਸੀਗਾ ਉਸ ਦੌਰ ਦੇ ਵਿੱਚ 2 ਵੱਡੀਆਂ ਘਟਨਾਵਾਂ ਵਾਪਰੀਆਂ ਸੀ। ਇੱਕ ਤਾਂ ਕਰੋਨਾ ਕਾਲ ਚੱਲ ਰਿਹਾ ਸੀਗਾ, ਦੂਸਰਾ ਕਿਸਾਨੀ ਚੱਲ ਰਹੀ ਸੀ। ਇਸ ਕਰਕੇ ਅਥਰੂ ਦੀ ਆਤਮ ਕਥਾ ਜਿਹੜੀ ਹੈ ਉਹ ਇੱਕ ਵਿਅਕਤੀ ਨੂੰ ਜਿਹੜਾ ਆਪਣੇ ਆਪ ਨੂੰ ਇੱਕ ਅਥਰੂ ਸਮਝ ਰਿਹਾ ਉਹਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਨੇ ਇਹ ਚੀਜ਼ਾਂ, ਸਮਾਜ ਕਿਵੇਂ ਪ੍ਰਭਾਵਿਤ ਕਰਦਾ ਹੈ, ਉਸ ਆਲੇ ਦੁਆਲੇ ਜਿਹੜਾ ਉਹ ਸੁਸਾਇਟੀ ਦੇ ਵਿੱਚ ਜਿਹੜੇ ਜੋ ਸੰਘਰਸ਼ ਚੱਲ ਰਿਹਾ ਉਹ ਕਿਵੇਂ ਪ੍ਰਭਾਵਿਤ ਕਰਦੇ ਆ, ਤੇ ਜੇ ਵਿੱਚ ਕਰੋਨਾ ਦੀ ਮਹਾਮਾਰੀ ਆ ਗਈ ਤੇ ਵਿੱਚ ਕੁਦਰਤ ਨੇ ਇੱਕ ਜਿਹੜਾ ਉਹ ਤੁਹਾਨੂੰ ਕਿਸ ਤਰ੍ਹਾਂ ਮਾਰਿਆ, ਉਹ ਸਾਰੇ ਕੁਛ ਨੂੰ ਮੈਂ ਜਿਹੜਾ ਉਹ ਆਤਮਸਾਤ ਕਰਕੇ ਇੱਕ ਲੰਮੀ ਕਵਿਤਾ ਲਿਖ ਦਿੱਤੀ ਅਥਰੂ ਦੀ ਆਤਮ ਕਥਾ। ਔਰ ਇਹਦਾ ਵੀ ਹੁਣ ਹਿੰਦੀ ਅਨੁਵਾਦ ਵੀ ਹੋਇਆ ਇਹਦਾ, ਔਰ ਇਹਦੇ ਬਾਰੇ ਬਹੁਤ ਸਾਰੇ ਲੋਕਾਂ ਨੇ ਲੇਖ ਵੀ ਲਿਖੇ। ਮੈਨੂੰ ਬੜਾ ਮਾਣ ਆ ਜੀ, ਮੈਂ ਖੁਦ ਬੈਸਟ ਤੋਂ ਬੇਖਬਰ ਤੇ ਅਥਰੂ ਦੀ ਆਤਮ ਕਥਾ ਦੇ ਬਾਰੇ ਚ ਰਿਵਿਊ ਜਿਹੜੇ ਅਖਬਾਰਾਂ ਦੇ ਵਿੱਚ ਲਿਖੇ ਨੇ। ਸੋ ਜਵਾਲ ਸਾਹਿਬ ਨੇ ਆਤਮ ਕਥਾ ਦੀ ਗੱਲ ਕੀਤੀ, ਹੁਣ ਮੈਂ ਪੰਜਾਬੀਆਂ ਨਾਲ ਇਹ ਵੀ ਗੱਲ ਇੱਕ ਪਰਦਾ ਥੋੜਾ ਚੱਕਾਂ ਕਿ ਆਪਣੀ ਸਵੈ ਜੀਵਨੀ ਵੀ ਲਿਖ ਰਹੇ ਨੇ ਔਰ ਆਉਣ ਵਾਲੇ ਸਮੇਂ 'ਚ ਉਹ ਵੀ ਪੰਜਾਬੀ ਪਾਠਕਾਂ ਔਰ ਸਰੋਤਿਆਂ ਦੇ ਜਿਹੜੀ ਉਹ ਰੂਬਰੂ ਹੋਏਗੀ। ਪਰ ਮੈਂ ਇਸ ਗੱਲ ਦਾ ਵੀ ਮੈਨੂੰ ਮਾਣ ਆ ਕਿ ਜਵਾਲ ਸਾਹਿਬ ਸਾਡੇ ਬਹੁਤ ਵੱਡੇ ਸਾਹਿਤਕਾਰ ਨੇ, ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜੀ ਪ੍ਰਵਾਸੀ ਪੰਜਾਬੀ ਜਿਹੜੀ ਕਾਵਿਧਾਰਾ ਵਾ ਅਸੀਂ ਉਹਨੂੰ ਹੁਣ ਇੱਕ ਅਲੱਗ ਕਾਵਿਧਾਰਾ ਦੇ ਤੌਰ ਤੇ ਪਛਾਣਨ ਲੱਗ ਪਏ। ਸਾਡਾ ਜਿਹੜੇ ਉੱਚ ਅਕਾਦਮਿਕ ਹਲਕੇ ਨੇ ਯੂਨੀਵਰਸਿਟੀਆਂ ਵਿੱਚ ਅਲੱਗ ਖੋਜ ਹੋ ਰਹੀ ਉਹਦੇ ਉੱਪਰ, ਔਰ ਪਹਿਲੇ ਖੋਜੀ ਨੇ ਬਰਤਾਨਵੀ ਪੰਜਾਬੀ ਕਵਿਤਾ ਦੇ ਪਛਾਣ ਚਿੰਨ੍ਹ ਇਹਨਾਂ ਦੀ ਕਿਤਾਬ ਉਦੋਂ ਆਈ ਸੀ ਔਰ ਇਹਨਾਂ ਨੇ ਡਾਕਟਰ SP ਸਿੰਘ ਉਹਨਾਂ ਦੇ
ਜਿਹੜਾ ਰਹਿਨੁਮਾਈ ਦੇ ਵਿੱਚ ਇਹਨਾਂ ਨੇ ਉਹ ਕੰਮ ਕੀਤਾ ਔਰ ਉਹ ਪਹਿਲਾ ਕੰਮ ਸੀ ਬਰਤਾਨਵੀ ਪੰਜਾਬੀ ਕਵਿਤਾ ਦੇ ਉੱਪਰ। ਔਰ ਉਸ ਤੋਂ ਬਾਅਦ ਬਰਤਾਨਵੀ ਪੰਜਾਬੀ ਕਵਿਤਾ ਦੀ ਜਿਹੜੀ ਇੱਕ ਲੰਬੀ ਜਿਹੜੀ ਫਹਿਰਿਸਤ ਜਿਹੜੀ ਆ ਲੋਕਾਂ ਦੇ ਸਾਹਮਣੇ ਆਉਣੀ ਸ਼ੁਰੂ ਹੋਈ ਔਰ ਲੋਕਾਂ ਨੇ ਕੰਮ ਕਰਨੇ ਸ਼ੁਰੂ ਕਰ ਦਿੱਤੇ। ਪ੍ਰਵਾਸ ਦੇ ਹਵਾਲੇ ਨਾਲ ਮੈਂ ਗੱਲ ਕਰਨੀ ਚਾਹੁੰਦਾ ਕਿਉਂਕਿ ਜੌਹਲ ਸਾਹਿਬ ਬਹੁਤ ਪੜ੍ਹਨ ਲਿਖਣ ਵਾਲੇ ਬੰਦੇ ਨੇ। ਉਦੋਂ ਦਾ ਪ੍ਰਵਾਸ ਤੇ ਹੁਣ ਦਾ ਪ੍ਰਵਾਸ, ਕਿਉਂਕਿ ਹੁਣ ਤਾਂ ਸਾਡੀ ਪਨੀਰੀ ਜਿਹੜੀ ਉਹ ਨਵੀਂ ਬਾਹਰ ਨੂੰ ਉੱਡਦੀ ਜਾ ਰਹੀ ਆ। ਉਦੋਂ ਰੁਜ਼ਗਾਰ ਸੀ 1960 61 ਦੀਆਂ ਗੱਲਾਂ ਜਿਹੜੀਆਂ 57 ਦੀਆਂ ਗੱਲਾਂ, ਔਰ ਉਹਨਾਂ ਤੋਂ ਉਹ ਪ੍ਰਵਾਸ ਜਿਹੜਾ ਤੁਸੀਂ ਉਦੋਂ ਅਨੁਭਵ ਕੀਤਾ ਸੀ, ਤੁਸੀਂ ਉਸ ਕਵਿਤਾ ਦੀ ਪਛਾਣ ਕਰਨ ਲੱਭੇ ਕਿਉਂਕਿ ਕਵਿਤਾ ਪੈਦਾ ਹੀ ਸਮਾਜ 'ਚ ਹੋਣੀ ਆ। ਤੇ ਉਹ ਜਿਹੜਾ ਪ੍ਰਵਾਸ ਸੀ ਤੇ ਅੱਜ ਦਾ ਪ੍ਰਵਾਸ, ਉਹਦੇ ਵਿੱਚ ਥੋੜਾ ਜਿਹਾ ਜਿਹੜਾ ਸਾਨੂੰ ਜਿਹੜਾ ਅਨੁਭਵ ਆਪਣਾ ਉਹ ਸਾਂਝਾ ਕਰਨ ਦੀ ਥੋੜੀ ਕੋਸ਼ਿਸ਼ ਕਰੋ। ਬਹੁਤ ਫਰਕ ਹੈ, ਜਿਵੇਂ ਤੁਸੀਂ ਕਿਹਾ ਕਿ ਜ਼ਮੀਨ ਅਸਮਾਨ ਦਾ ਫਰਕ ਹੈ ਉਸ ਵੇਲੇ ਦੇ ਪ੍ਰਵਾਸ ਵਿੱਚ ਤੇ ਅੱਜ ਦੇ ਪ੍ਰਵਾਸ ਵਿੱਚ। ਪਹਿਲਾਂ ਮੈਂ ਉਹਦਾ ਪਿਛੋਕੜ ਥੋੜਾ ਜਿਹਾ ਇਸ ਕਰਕੇ ਵੀ ਦੱਸਣਾ ਕਿ ਅਕਾਦਮਿਕ ਤੌਰ ਤੇ ਇਸ ਗੱਲ ਦਾ ਬਹੁਤ ਮਹੱਤਵ ਸੀ ਉਸ ਵੇਲੇ, ਕਿਉਂਕਿ ਇਸ ਤੋਂ ਪਹਿਲਾਂ ਜਦੋਂ ਮਤਲਬ ਇਹ ਥੀਸਿਸ ਮੇਰਾ ਹੋਇਆ ਸੀਗਾ 1994 ਦੇ ਵਿੱਚ, 92 ਚ ਮੇਰੀ ਰਜਿਸਟ੍ਰੇਸ਼ਨ ਹੋਈ ਸੀ, 94 ਦੇ ਵਿੱਚ 3 ਸਾਲ ਪੂਰੇ ਹੋਣ ਤੇ ਜਿਹੜਾ ਉਹਨੂੰ ਮੈਂ ਸਬਮਿਟ ਕਰਤਾ ਤੇ ਮੈਨੂੰ ਡਿਗਰੀ ਮਿਲ ਗਈ। ਉਹਦੇ ਵਿੱਚ ਇਹ ਸੀਗਾ ਕਿ ਉਸ ਤੋਂ ਪਹਿਲਾਂ ਪ੍ਰਵਾਸ ਨੂੰ ਇੱਕ ਪ੍ਰਵਿਰਤੀ ਵਜੋਂ, ਸਾਹਿਤ ਦੀ ਪ੍ਰਵਿਰਤੀ ਵਜੋਂ ਪਛਾਣਿਆ ਨਹੀਂ ਜਾਂਦਾ। ਡਾਕਟਰ ਐਸ.ਪੀ. ਸਿੰਘ ਹੋਰੀ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਸੀਗੇ ਪਹਿਲਾਂ, ਉਸ ਵੇਲੇ ਉਹਨਾਂ ਨੇ ਇੱਕ ਸਬਜੈਕਟ ਦੇ ਤੌਰ ਤੇ ਉੱਥੇ ਸ਼ੁਰੂ ਜ਼ਰੂਰ ਕੀਤੀ ਸੀ ਇਹਦੀ ਪੜ੍ਹਾਈ। ਔਰ ਇੱਧਰ ਡਾਕਟਰ ਕਰਨੈਲ ਸਿੰਘ ਥਿੰਦ ਹੋਰੀ ਜਿਸ ਵੇਲੇ ਸੀਗੇ ਹੈਡ ਆਫ ਦੀ ਡਿਪਾਰਟਮੈਂਟ, ਜਿਸ ਵੇਲੇ ਅਸੀਂ ਐਮਫਿਲ ਵਗੈਰਾ ਕਰਦੇ ਸੀ 1982-83 ਦੇ ਵਿੱਚ, ਉਦੋਂ ਸਿਰਫ ਪਾਕਿਸਤਾਨੀ ਪੰਜਾਬੀ ਸਾਹਿਤ ਪੜ੍ਹਾਇਆ ਜਾਂਦਾ ਸੀ। ਉਸ ਤੋਂ ਬਿਨਾਂ ਬਾਕੀ ਪ੍ਰਵਾਸੀ ਸਾਹਿਤ ਜਿਹੜਾ ਉਹਦੇ ਬਾਰੇ ਕੋਈ ਜ਼ਿਆਦਾ ਸੋਝੀ ਜਿਹੜੀ ਉਹ ਅਜੇ ਸਮੀਖਿਆ ਦੇ ਵਿੱਚ ਨਹੀਂ ਆਈ ਸੀ। ਲੇਕਿਨ ਜਦੋਂ ਡਾਕਟਰ ਐਸ.ਪੀ. ਸਿੰਘ ਹੋਰੀ ਉੱਥੋਂ ਪੰਜਾਬੀ ਯੂਨੀਵਰਸਿਟੀ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਆ ਗਏ ਤੇ ਇਹਨਾਂ ਨੇ ਆ ਕੇ ਪਹਿਲੀ ਵਾਰੀ ਜਿਹੜਾ ਇੱਕ ਵਿਸ਼ੇ ਵਜੋਂ ਪੜ੍ਹਾਉਣਾ ਸ਼ੁਰੂ ਕੀਤਾ ਪ੍ਰਵਾਸੀ ਪੰਜਾਬੀ ਸਾਹਿਤ ਨੂੰ। ਔਰ ਯੂਨੀਵਰਸਿਟੀ ਦੇ ਵਿੱਚ ਇੱਕ ਵੱਖਰਾ ਡਿਪਾਰਟਮੈਂਟ ਵੀ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ। ਮਤਲਬ ਵੱਖਰਾ ਡਿਪਾਰਟਮੈਂਟ ਮੀਨਸ ਪੰਜਾਬੀ ਡਿਪਾਰਟਮੈਂਟ ਦੇ ਵਿੱਚ ਇੱਕ ਹਿੱਸਾ ਜਿਹੜਾ ਔਰ ਉਹਦੇ ਵਿੱਚ ਫਿਰ ਅਪਾਇੰਟਮੈਂਟਸ ਵੀ ਹੋਈਆਂ, ਜਿਵੇਂ ਜਿਹੜਾ ਡਾਕਟਰ ਹਰਚੰਦ ਬੇਦੀ ਹੋਰਾਂ ਦੀ ਇਮੀਗ੍ਰੈਂਟ ਸਟੱਡੀਜ਼ ਸੈਂਟਰ ਬਣਾਇਆ ਸੀਗਾ ਤੇ ਉਹਦੇ ਵਿੱਚ ਹੀ ਉਹਨਾਂ ਦੀ ਅਪਾਇੰਟਮੈਂਟ ਹੋਈ ਸੀ। ਉਸ ਤੋਂ ਬਾਅਦ ਫਿਰ ਮਸਲਾ ਸੀਗਾ ਕਿ ਹੁਣ ਰਿਸਰਚ ਵਰਕ ਵਾਲੇ ਕੁਝ ਬੰਦੇ ਜਿਹੜੇ ਆ ਉਹ ਇਹਨੂੰ ਅਪਣਾਉਣ ਤਾਂ ਕਿ ਇਹਦੇ ਉੱਤੇ ਲਿਖ ਕੇ ਕੰਮ ਕਰ ਸਕੇ ਪ੍ਰਵਾਸੀ ਸਾਹਿਤ ਉੱਤੇ। ਤੇ ਡਾਕਟਰ ਐਸ.ਪੀ. ਸਿੰਘ ਹੋਰਾਂ ਨੇ ਮੇਰੇ ਨਾਲ, ਮੈਂ ਕਿਉਂਕਿ ਮੈਂ ਉਹਨਾਂ ਦਿਨਾਂ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪਹਿਲਾਂ ਮੈਂ ਥੀਸਿਸ ਜਿਹੜਾ ਉਹ ਆਪਣਾ ਕਰਨਾ ਚਾਹੁੰਦਾ ਸੀ ਡਾਕਟਰ ਅਤਰ ਸਿੰਘ ਹੋਰਾਂ ਦੇ ਨਾਲ। ਡਾਕਟਰ ਅਤਰ ਸਿੰਘ ਹੋਰਾਂ ਨਾਲ ਮੇਰੀ ਐਨਰੋਲਮੈਂਟ ਵੀ ਹੋਈ ਸੀਗੀ ਸ਼ਾਹ ਹੁਸੈਨ ਦੇ ਕਾਬਸਦਾਰ ਦੇ। ਲੇਕਿਨ ਡਾਕਟਰ ਐਸ.ਪੀ. ਸਿੰਘ ਹੋਰਾਂ ਨੇ ਇਨ ਬਿਟਵੀਨ ਮੈਨੂੰ ਡਾਕਟਰ ਜਸਵਿੰਦਰ ਜਿਹੜੇ ਪਟਿਆਲੇ ਵਾਲੇ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਮੱਧ ਕਾਲ ਤੇ ਕਿਉਂ ਕਰਨਾ, ਤੂੰ ਆਧੁਨਿਕ ਕਾਲ ਤੇ ਕਰ ਤੇ ਤੁਸੀਂ ਆਪਾਂ ਜਿਹੜਾ ਉਹ ਇਹਦੇ ਬਾਰੇ ਨੂੰ ਸੋਚੀ। ਅਜੇ ਮੈਂ ਇਹ ਡਿਸਕਸ ਹੀ ਕਰ ਰਿਹਾ ਸੀ ਤੇ ਮੇਰੀ ਮੁਲਾਕਾਤ ਡਾਕਟਰ ਐਸ.ਪੀ. ਸਿੰਘ ਨਾਲ ਹੋ ਗਈ। ਉਹਨਾਂ ਨੇ ਮੈਨੂੰ ਇਸ ਗੱਲ ਦੀ ਪ੍ਰੇਰਨਾ ਦਿੱਤੀ ਕਿ ਪੰਜਾਬੀ ਪ੍ਰਵਾਸੀ ਸਾਹਿਤ ਜਿਹੜਾ ਉਹਦੇ ਉੱਪਰ ਮੈਂ ਕੁਝ ਕੰਮ ਕਰਵਾਉਣਾ ਚਾਹੁੰਦਾ ਤੇ ਜੇ ਤੂੰ ਰਜਿਸਟ੍ਰੇਸ਼ਨ ਕਰਵਾਉਣੀ ਹੈ ਤੇ ਤੂੰ ਇਸ ਪਾਸੇ ਆ। ਤੇ ਉਹ ਕੁਦਰਤੀ ਤੌਰ ਤੇ ਸੀ ਕਿ ਮੈਨੂੰ ਵੀ ਲੱਗਿਆ ਕਿ ਕਿਉਂਕਿ ਮੈਂ ਪੋਇਟਰੀ ਦਾ ਤਾਂ ਹੈ ਹੀ ਨਵਾਂ ਸੀ ਤੇ ਮੈਨੂੰ ਲੱਗਿਆ ਚਲੋ ਇਹ ਗੱਲ ਸ਼ੁਰੂ ਕਰਦੇ ਹਾਂ। ਤੇ ਉਹ ਫਿਰ ਮੈਂ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਇਹ ਸਬਜੈਕਟ ਤੇ ਕਰਾਤੀ। ਬਰਤਾਨਵੀ ਪੰਜਾਬੀ ਕਵਿਤਾ ਸੱਭਿਆਚਾਰਕ ਤਣਾਅ ਦੇ ਪਸਾਰ, ਮਤਲਬ ਇਹ ਸੀ ਉਹਦਾ ਜਿਹਨੂੰ ਮੈਂ ਬਾਅਦ 'ਚ ਜਦੋਂ ਕਵਿਤਾ ਉਹਦੇ 'ਚ ਛਾਪਿਆ, ਕਿਤਾਬੀ ਰੂਪ 'ਚ ਛਾਪਿਆ ਤੇ ਮੈਂ ਪਛਾਣ ਚੰਨ ਬਣਾ ਰਿਹਾ, ਉਹਨੂੰ ਮੈਂ ਥੋੜਾ ਐਕਸਪੈਂਡ ਕਰ ਲਿਆ। ਅਸਲ ਦੇ ਵਿੱਚ ਉਹ ਉਸ ਵੇਲੇ ਦਾ ਕੰਮ ਜਿਹੜਾ ਸੀਗਾ ਨਾ ਕਿ ਉਹ ਮੁੱਢਲੇ ਤੌਰ ਤੇ, ਜਿਵੇਂ ਤੁਸੀਂ ਸਵਾਲ ਦੇ ਤੋਂ ਸ਼ੁਰੂ ਕੀਤਾ ਸੀ, ਮੈਂ ਉਹਦੇ ਤੇ ਆ ਜਾ ਕਿ ਉਸ ਵੇਲੇ ਦਾ ਜਿਹੜਾ ਪ੍ਰਵਾਸ ਸੀ, ਉਸ ਵੇਲੇ ਦੀ ਪ੍ਰਵਾਸ ਦੀ ਜੋ ਪਰਿਭਾਸ਼ਾ ਸੀ ਉਹ ਉੱਥੋਂ ਹੀ ਸ਼ੁਰੂ ਹੁੰਦੀ ਸੀ, ਜਿਹੜੀ 60ਵਿਆਂ ਦੇ ਵਿੱਚ ਜਦੋਂ ਪਹਿਲੀ ਵਾਰੀ ਲੋਕ ਗਏ। ਔਰ ਸਭ ਤੋਂ ਪਹਿਲਾਂ ਜਿਹੜੇ ਭਾਵੇਂ ਸਾਡੇ ਗਦਰੀ ਬਾਬੇ ਅਲੱਗ ਤਰ੍ਹਾਂ ਗਏ ਸੀਗੇ, ਅਮਰੀਕਾ ਤੇ ਕੈਨੇਡਾ ਦੇ ਵਿੱਚ ਲੋਕ ਅਲੱਗ ਤਰ੍ਹਾਂ ਗਏ ਸੀ, ਉਹ ਇੱਕ ਅਲੱਗ ਕਿਉਂਕਿ ਮੇਰਾ ਸਬਜੈਕਟ ਬਰਤਾਨੀਆ ਸੀਗਾ ਤੇ ਫਿਰ ਮੈਂ ਬਰਤਾਨੀਆ ਦੇ ਉਹ 60ਵਿਆਂ ਦੇ ਇਤਿਹਾਸ ਤੋਂ ਸ਼ੁਰੂ ਕੀਤਾ ਜਦੋਂ ਪਹਿਲੀ ਵਾਰੀ ਵਰਕ ਵਾਚਰ ਦੇ ਉੱਤੇ ਲੋਕੀ ਜਾ ਕੇ ਕੰਮ ਕਰਨਾ ਉੱਤੇ ਸ਼ੁਰੂ ਕੀਤਾ। ਹੁਣ ਉਸ ਵੇਲੇ 3-4 ਮਸਲੇ ਸੀਗੇ, ਮਤਲਬ ਜਿਹੜੇ ਵੱਡੇ ਮਸਲੇ ਸੀਗੇ ਪ੍ਰਵਾਸ ਦੇ। ਉਹਦੇ ਵਿੱਚ ਨਸਲੀ ਵਿਤਕਰਾ ਸਭ ਤੋਂ ਵੱਡਾ ਸੀਗਾ, ਉਹਦੇ ਵਿੱਚ ਭਾਸ਼ਾ ਤੇ ਸੱਭਿਆਚਾਰ ਦਾ ਮਸਲਾ ਵੱਡਾ ਸੀਗਾ, ਉਹਦੇ ਵਿੱਚ ਸੱਭਿਆਚਾਰ ਦੀ ਪਛਾਣ ਦਾ ਮਸਲਾ ਵੱਡਾ ਸੀਗਾ। ਇਸ ਕਰਕੇ ਜਿਹੜਾ ਹੈ ਉਹ ਸਿਰਫ ਰੋਟੀ ਰੋਜੀ ਲਈ ਭਾਵੇਂ ਉਹ ਗਏ ਸੀ, ਪਰ ਰੋਟੀ ਰੋਜੀ ਕਮਾਉਣ ਤੋਂ ਬਿਨਾਂ ਦੂਸਰੀਆਂ ਚੀਜ਼ਾਂ ਦੇ ਉੱਤੇ ਜ਼ਿਆਦਾ ਕੰਸੈਂਟਰੇਟ ਕਰਨਾ ਪੈਂਦਾ ਸੀ, ਕਿਉਂਕਿ ਪ੍ਰਵਾਸ ਦੀ ਤਾਂ ਸਿੱਧੀ ਗੱਲ ਹੈ
ਕਿ ਜਦੋਂ ਤੁਸੀਂ ਪ੍ਰਵਾਸ ਜਿਹੜਾ ਉਹ ਧਾਰਨ ਕਰ ਲਿਆ, ਉਸ ਵੇਲੇ ਇੱਕਦਮ ਤੁਸੀਂ ਆਪਣੀ ਭਾਸ਼ਾ ਤੋਂ ਟੁੱਟ ਜਾਂਦੇ ਹੋ, ਇੱਕਦਮ ਤੁਸੀਂ ਆਪਣੇ ਧਰਮ ਤੋਂ ਟੁੱਟ ਜਾਂਦੇ ਹੋ, ਇੱਕਦਮ ਤੁਸੀਂ ਆਪਣੇ ਸੱਭਿਆਚਾਰ ਤੋਂ ਟੁੱਟ ਜਾਂਦੇ ਹੋ। ਇਹਨਾਂ ਚੀਜ਼ਾਂ ਤੋਂ ਜਦੋਂ ਬੰਦਾ ਟੁੱਟਦਾ ਤੇ ਅਸਲ ਦੇ ਵਿੱਚ ਅੰਦਰੋਂ ਹੀ ਟੁੱਟ ਜਾਂਦਾ ਹੈ। ਅੰਦਰੋਂ ਹਾਂ, ਤੇ ਉਹ ਫਿਰ ਜਦੋਂ ਅੰਦਰੋਂ ਟੁੱਟ ਜਾਂਦਾ ਹੈ, ਫਿਰ ਤੁਹਾਡੇ ਕੋਲ ਭੂਏ ਰਵਾ ਵੀ ਹੁੰਦਾ, ਤੁਹਾਡੀ ਆਪਣੀ ਮਿੱਟੀ ਨਾਲ ਸਾਡਾ ਸਾਗ, ਸਾਡੇ ਗੰਨੇ, ਸਾਡੀਆਂ ਫਸਲਾਂ, ਮੁੜ ਕੇ ਸੁਪਨੇ ਚਾਉਂਦੀਆਂ, ਮੁੜ ਕੇ ਤੁਹਾਨੂੰ ਜਿਹੜਾ ਉਹ ਸੋਚਣਾ ਪੈਂਦਾ, ਤੇ ਉਹਦੇ ਵਿੱਚੋਂ ਫਿਰ ਕਵਿਤਾ ਨਿਕਲਦੀ ਹੈ। ਤੇ ਕਵਿਤਾ ਅਸਲ ਵਿੱਚ ਹੁੰਦੀ ਕੀ ਹੈ, ਤੁਹਾਨੂੰ ਵੀ ਪਤਾ, ਮੈਨੂੰ ਪਤਾ, ਸਾਰਿਆਂ ਨੂੰ ਪਤਾ ਕਿ ਕਵਿਤਾ ਅਸਲ 'ਚ ਮਨ ਦੀ ਆਵਾਜ਼ ਹੁੰਦੀ ਹੈ। ਤੇ ਮਨ ਕੀ ਹੁੰਦਾ? ਮਨ ਕਥਾ ਕਹਾਣੀਆਂ ਦਾ ਬਣਿਆ ਹੁੰਦਾ। ਕਥਾ ਕਹਾਣੀਆਂ ਕਾਹਦੀਆਂ ਹੁੰਦੀਆਂ? ਉਹ ਦੁੱਖਾਂ ਸੁੱਖਾਂ ਦੀਆਂ ਹੁੰਦੀਆਂ। ਤੇ ਦੁੱਖ ਸੁੱਖ ਕਿੱਥੋਂ ਆਉਂਦੇ ਆ? ਰਿਸ਼ਤੇਦਾਰੀਆਂ ਚੋਂ, ਸਿਸਟਮ ਚੋਂ, ਠੀਕ ਹੈ ਨਾ, ਸੰਬੰਧਾਂ ਚੋਂ। ਇਸ ਕਰਕੇ ਇਹ ਸਾਰਾ ਕੁਝ ਜਦੋਂ ਤੁਹਾਡੇ ਅੰਦਰ ਜਿਹੜਾ ਉਹ ਕੁਰਬਲਾਉਂਦਾ, ਖਲਲ ਪਾਉਂਦਾ, ਤੇ ਤੁਸੀਂ ਕੁਝ ਨਾ ਕੁਝ ਲਿਖਦੇ, ਤੇ ਜੋ ਲਿਖਦੇ ਹੋ ਤੁਸੀਂ, ਉਹਦੇ 'ਚ ਇਹ ਹੁੰਦਾ ਕਿ ਕਵਿਤਾ ਸਭ ਤੋਂ ਪਹਿਲੀ ਸੈਂਸ ਹੈ ਜਿਹਦੇ 'ਚ ਤੁਸੀਂ ਜਿਹੜਾ ਉਹ ਹੱਥ ਜਮਾਉਂਦੇ ਹੋ। ਕਿਉਂਕਿ ਕਹਾਣੀ ਲਿਖਣ ਲਈ ਤੁਹਾਨੂੰ ਬਹੁਤ ਸੋਚਣਾ ਪੈਂਦਾ, ਨਾਵਲ ਲਿਖਣ ਲਈ ਉਸ ਤੋਂ ਵੀ ਜ਼ਿਆਦਾ ਸੋਚਣਾ ਪੈਂਦਾ, ਵਾਰਤਕ ਲਿਖਣ ਲਈ ਤੁਹਾਨੂੰ ਇੱਕ ਅਲੱਗ ਤਰ੍ਹਾਂ ਦਾ ਜੰਤਰ ਕਰਨਾ ਪੈਂਦਾ। ਕਵਿਤਾ ਇਹੋ ਜਿਹੀ ਚੀਜ਼ ਹੈ ਕਿ ਜਦੋਂ ਤੁਸੀਂ ਮਨ ਦੀ ਆਵਾਜ਼ ਤੁਹਾਡੀ ਆਈ ਸਾਹਮਣੇ ਤੇ ਤੁਸੀਂ ਕਲਮ ਨਾਲ ਲਿਖ ਦਿਓ। ਹਾਲਾਂਕਿ ਜਿਹੜਾ ਉਹ ਮੈਂ ਇਹ ਸਮਝਦਾ ਕਿ ਮੈਂ ਆਪ ਕਵੀ ਹਾਂ ਕਿ ਕਵਿਤਾ ਜਿਹੜੀ ਹੈ ਉਹ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਜਿਹੜਾ ਹੈ ਉਹ ਸਿਰਫ ਹੈ ਵਿਦਾ। ਜਦੋਂ ਕਿ ਵੈਸੇ ਆਪਾਂ ਇਹ ਸਮਝਦੇ ਹਾਂ ਕਿ ਫਿਕਸ਼ਨ ਜਾਂ ਕਹਾਣੀ ਜਿਹੜੀ ਹੈ ਉਹ ਜ਼ਿਆਦਾ ਮਤਲਬ ਜ਼ਿੰਦਗੀ ਨੂੰ ਜਿਹੜੀ ਉਹ ਕੁਰੇਦਦੀ ਆ, ਸਮਝਦੀ ਆ, ਐਲੈਬੋਰੇਟ ਕਰਦੀ ਹੈ, ਲੇਕਿਨ ਕਵਿਤਾ ਕਿਉਂਕਿ ਮਨ ਦੇ ਜ਼ਿਆਦਾ ਨੇੜੇ ਹੁੰਦੀ ਹੈ, ਇਸ ਕਰਕੇ ਅਸਰ ਜ਼ਿਆਦਾ ਕਰਦੀ ਆ। ਇਸੇ ਕਰਕੇ ਗਦਰੀ ਬਾਬੇ ਸਾਡੇ ਕਵਿਤਾ ਲਿਖਦੇ ਸੀਗੇ, ਇਸੇ ਕਰਕੇ ਨਕਸਲੀ ਦੌਰ ਦੀ ਕਵਿਤਾ ਸਭ ਤੋਂ ਜ਼ਿਆਦਾ ਮਸ਼ਹੂਰ ਹੋਈ, ਇਸੇ ਕਰਕੇ ਭਾਈ ਵੀਰ ਸਿੰਘ ਉਹਨਾਂ ਨੇ ਧਾਰਮਿਕ ਪ੍ਰਚਾਰ ਹੋਣ ਦੇ ਬਾਵਜੂਦ ਆ ਗਏ, ਇਸੇ ਕਰਕੇ ਪੂਰਨ ਸਿੰਘ ਹੋਰੀ ਜਦੋਂ ਪੰਜਾਬ ਦੀ ਗੱਲ ਕਰਦੇ ਆ, ਜਦੋਂ ਸੱਭਿਆਚਾਰ ਦੀ ਗੱਲ ਕਰਦੇ ਤੇ ਕਵਿਤਾ ਨੂੰ ਵਿਧਾ ਬਣਾਉਂਦੇ ਆ। ਇਸ ਕਰਕੇ ਕਵਿਤਾ ਜਿਹੜੀ ਹੈ, ਚਾਹੇ ਮਤਲਬ ਇੰਗਲਿਸ਼ ਰੋਮਾਂਟਿਕ ਦੀ ਗੱਲ ਕਰ ਲਓ, ਚਾਹੇ ਸੂਫੀਆਂ ਦੀ ਗੱਲ ਕਰ ਲਓ, ਚਾਹੇ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਜਿਹੜੀ ਹੈ ਪੰਜਾਬੀ ਸੱਭਿਆਚਾਰ ਦੀ, ਸਾਡੀ ਪਿਆਰੀ ਗੁਰਬਾਣੀ, ਚਾਹੇ ਉਹਦੀ ਗੱਲ ਕਰ ਲਓ, ਉਹਦੇ ਵਿੱਚ ਕਾਵਿ ਵਿਧਾ ਜਿਹੜੀ ਹੈ ਉਹ ਮਨੁੱਖ ਨੂੰ ਜ਼ਿਆਦਾ ਪ੍ਰਭਾਵਿਤ ਕਰਦੀ ਹੈ। ਇਸੇ ਕਰਕੇ ਜਿਹੜਾ ਰਿਗਵੇਦ ਤੋਂ ਸ਼ੁਰੂ ਕਰਕੇ ਅੱਜ ਦੇ ਤੱਕ ਜਦੋਂ ਅਸੀਂ ਪਹੁੰਚਦੇ ਹਾਂ ਤੇ ਕਵਿਤਾ ਹਮੇਸ਼ਾ ਸਾਨੂੰ ਜ਼ਿਆਦਾ ਆਨੰਦ ਦਿੰਦੀ ਹੈ, ਕਵਿਤਾ ਹਮੇਸ਼ਾ ਸਾਨੂੰ ਜ਼ਿਆਦਾ ਪ੍ਰਭਾਵਿਤ ਕਰਦੀ ਹੈ, ਕਵਿਤਾ ਹਮੇਸ਼ਾ ਹੀ ਸਮਾਜ ਦੀ ਸਹੀ ਨਿਸ਼ਾਨਦੇਹੀ ਵੀ ਕਰਦੀ ਹੈ, ਕਿਉਂਕਿ ਉਹਦੇ ਵਿੱਚ ਸੋਚ ਨਾਲੋਂ ਜ਼ਿਆਦਾ ਮਨ ਭਰ ਹੁੰਦਾ। ਇਹ ਵੀ ਇੱਕ ਬਹੁਤ ਵੱਡੀ ਗੱਲ ਆ ਕਿ ਜੌਹਲ ਸਾਹਿਬ ਜਿਹੜੇ ਆ ਉਹ ਬੜੇ ਵੱਡੇ ਅਧਿਕਾਰੀ ਰਹੇ ਨੇ ਦੂਰਦਰਸ਼ਨ ਦੇ। ਔਰ ਮੈਂ ਕੋਈ ਸਵਾਲ ਨਹੀਂ, ਜ਼ਿਆਦਾ ਸਮਾਂ ਨਹੀਂ ਲਵਾਂਗਾ ਕਿਉਂਕਿ ਸਮਾਂ ਵੀ ਸਾਡੇ ਕੋਲ ਥੋੜਾ ਬਚਿਆ। ਸੋ ਦੂਰਦਰਸ਼ਨ ਦੇ ਥੋੜੇ ਜਿਹੇ ਐਕਸਪੀਰੀਅੰਸ ਸਾਂਝੇ ਕਰਕੇ ਸਾਡੇ ਨਾਲ ਤੁਸੀਂ ਬੜੇ ਵੱਡੇ ਪ੍ਰੋਗਰਾਮ ਕੀਤੇ, ਲਸ਼ਕਾਰਾ ਤੇ ਮੁੜ ਕੇ ਫਿਰ ਲਖਵਿੰਦਰ ਜੌਹਲ ਹੋਣਾ ਦੇ ਨਾਂ ਨਾਲ ਹੀ ਜਾਣਨ ਲੱਗ ਪਏ ਲੋਕ। ਸਾਡੇ ਪਿੰਡਾਂ ਵਾਲੇ ਆਮ ਤੌਰ ਤੇ ਜਦੋਂ ਅਸੀਂ ਉਹਨਾਂ ਨੂੰ ਦੱਸੀਦਾ ਤੇ ਅਸੀਂ ਡਾਕਟਰ ਲਖਵਿੰਦਰ ਜੌਹਲ ਜਿਹੜਾ ਲਸ਼ਕਾਰਾ ਬਣਾਉਂਦੇ ਸੀ, ਪਰ ਅਸੀਂ ਨਾ ਉਹ ਚੀਜ਼ ਸਾਨੂੰ ਅਸੀਂ ਤੇ ਨਾਲ ਹੀ ਉਹਨਾਂ ਨੂੰ ਯਾਦ ਆ ਜਾਂਦਾ ਵੀ ਹਾਂਜੀ ਜੌਹਲ ਸਾਹਿਬ ਹੈਗੇ। ਸੋ ਇਹ ਜਿਹੜੇ ਦੂਰਦਰਸ਼ਨ ਦੇ ਤੁਸੀਂ ਯਾਦਗਾਰੀ ਸੀਰੀਅਲ ਵੀ ਬਣਾਏ, ਉਹਨਾਂ ਸੀਰੀਅਲ ਬਾਰੇ ਦੱਸਣ ਤੋਂ ਬਾਅਦ ਫਿਰ 2 ਗਜ਼ਲਾਂ, ਕਿਉਂਕਿ ਅੱਜ ਕੱਲ੍ਹ ਮੈਂ ਤੁਹਾਡੀ ਗਜ਼ਲ ਬਹੁਤ ਪੜ੍ਹ ਰਿਹਾ ਔਰ ਤੁਸੀਂ ਲਿਖ ਵੀ ਰਹੇ ਹੋ, ਕਾਵਿ ਲੋਕ ਵੀ ਸਾਡਾ ਬਹੁਤ ਤਰੱਕੀ ਦੇ ਵਿੱਚ ਆ। ਸੋ ਬੜੇ ਅਹੁਦਿਆਂ ਦੇ ਨਾਲ ਜੁੜੇ ਹੋਏ ਹੋ, ਉਹ ਅਹੁਦਿਆਂ ਨੂੰ ਇੱਕ ਪਾਸੇ ਰੱਖਦੇ ਹੋਏ ਮੈਂ ਤੁਹਾਡੀ ਦੂਰਦਰਸ਼ਨ ਦਾ ਥੋੜਾ ਜਿਹਾ ਸਫ਼ਰ ਔਰ 2 ਗਜ਼ਲਾਂ ਜਿਹੜੀਆਂ ਨਵੀਆਂ ਨੇ ਉਹ ਆਪਣੇ ਸਰੋਤਿਆਂ ਨਾਲ ਚਾਹੁੰਦਾ ਕਿ ਤੁਸੀਂ ਸਾਂਝੀਆਂ। ਦੇਖੋ, ਦੂਰਦਰਸ਼ਨ ਦਾ ਸਫ਼ਰ ਮੇਰਾ ਉਸੇ ਤਰ੍ਹਾਂ ਦਾ ਹੀ ਵੈਸੇ ਦਾ ਸਫ਼ਰ ਹੈ ਜਿਸ ਤਰ੍ਹਾਂ ਦਾ ਉੱਥੇ ਬਾਕੀ ਪ੍ਰੋਡਿਊਸਰ ਦਾ, ਡਾਇਰੈਕਟਰ ਦਾ ਸਫ਼ਰ ਸੀਗਾ। ਉਹਦੇ 'ਚ ਕੋਈ ਅਲੱਗ ਨਹੀਂ ਹੈਗਾ, ਪਰ ਉਹਦੇ 'ਚ ਅਲੱਗ ਇੱਕੋ ਹੀ ਗੱਲ ਸ਼ਾਮਲ ਹੋ ਜਾਂਦੀ ਸੀ ਕਿ ਮੈਂ ਉਹਨੂੰ ਸਿਰਫ ਨੌਕਰੀ ਕਰਕੇ ਨਹੀਂ ਕਰ ਰਿਹਾ ਸੀ। ਮੈਨੂੰ ਲੱਗ ਰਿਹਾ ਸੀ ਕਿ ਇਹ ਸਭ ਤੋਂ ਪਾਵਰਫੁਲ ਮੀਡੀਅਮ ਆ ਗੱਲ ਕਰਨ ਦਾ, ਤੇ ਅਸੀਂ ਆਪਣੀ ਭਾਸ਼ਾ, ਆਪਣੇ ਸੱਭਿਆਚਾਰ, ਆਪਣੇ ਸਮਾਜ ਨੂੰ ਜੋ ਸੇਧ ਦੇਣੀ ਚਾਹੁੰਦੇ ਹਾਂ ਉਹਦੇ ਲਈ ਇਸ ਮੀਡੀਅਮ ਨੂੰ ਵਰਤਿਆ ਜਾ ਸਕਦਾ ਹੈ ਔਰ ਇਸ ਮੀਡੀਅਮ ਦੇ ਰਾਹੀਂ ਬਹੁਤ ਕੁਝ ਕੀਤਾ ਜਾ ਸਕਦਾ ਹੈ। ਇਸ ਕਰਕੇ ਤੁਸੀਂ ਦੇਖਿਆ ਹੋਵੇਗਾ ਇਹਦੇ ਵਿੱਚ ਮਤਲਬ ਤੁਸੀਂ ਵੀ ਗਵਾਹ ਹੋ, ਤੇ ਜਿਸ ਔਨ ਸਕਾਈ ਰੇਡੀਓ ਐਂਡ ਟੈਲੀਵਿਜ਼ਨ ਦੀ ਆਪਾਂ ਗੱਲ ਕਰ ਰਹੇ ਹਾਂ, ਇਹਦੇ ਕਰਤਾ ਜਿਹੜੇ ਉਹ ਵਿੱਕੀ ਜੀ ਵੀ ਗਵਾਹ ਨੇ, ਕਿਉਂਕਿ ਵਿੱਕੀ ਜੀ ਹਮੇਸ਼ਾ ਮੇਰੇ ਨਾਲ ਹੀ ਰਹੇ। ਜਿੰਨੇ ਕੁ ਜਿਹੜੇ ਉਹ ਦੂਰਦਰਸ਼ਨ ਦੇ ਪ੍ਰੋਗਰਾਮ, ਖਾਸ ਤੌਰ ਤੇ ਜਿਹੜੇ ਵੈਰਾਈਟੀ ਪ੍ਰੋਗਰਾਮ ਜਿਹਦੇ ਵਿੱਚ ਜਿਹੜੇ ਨਵੇਂ ਸਾਲ ਦੇ ਪ੍ਰੋਗਰਾਮ ਤੇ ਵੈਰਾਈਟੀ ਪ੍ਰੋਗਰਾਮ ਜਿਹਦੇ ਚ ਲਸ਼ਕਾਰਾ, ਸ਼ਾਮ ਸੰਧੂ, ਉਲਾਰੇ, ਜਿਹੜੇ ਮਰਜ਼ੀ ਉਦੋਂ ਆਪਾਂ ਮਿਲੀ ਹੈਗੇ ਤੁਹਾਡੀ ਗੱਲ ਨੂੰ ਟੋਕ ਰਿਹਾ। ਮੈਨੂੰ ਲੱਗਦਾ ਵੀ ਉਹ ਜਿਹੜੇ ਪ੍ਰੋਗਰਾਮ ਸੀ ਨਾ, ਅਸਲ ਤੁਸੀਂ ਸੱਭਿਆਚਾਰ ਨੂੰ ਭੋਗਿਆ ਹੋਇਆ ਵਾ,
ਪਰ ਬਹੁਤ ਸਾਰੇ ਲੋਕ ਜਿਹੜੇ ਪੜ੍ਹ ਕੇ ਗੱਲ ਨੂੰ ਕਰਦੇ ਆ, ਤੁਸੀਂ ਭੋਗ ਕੇ ਉਸ ਚੀਜ਼ ਨੂੰ ਪੇਸ਼ ਕਰ ਰਹੇ ਹੋ, ਇਸ ਕਰਕੇ ਸਾਡੇ ਤੇ ਅਸਰ ਜਿਹੜਾ ਉਹਦਾ ਜ਼ਿਆਦਾ ਹੁੰਦਾ। ਹਾਂ, ਮੈਂ ਆਮ ਤੌਰ ਤੇ ਗੱਲ ਕਰਦਾ ਜਦੋਂ ਅਸੀਂ ਦੂਰਦਰਸ਼ਨ ਦੇ ਵਿੱਚ ਵਿਚਰਦੇ ਸੀਗੇ ਕਿ ਜਦੋਂ ਫਰਨ ਅੰਗਰੇਜ਼ੀ ਬੋਲਣੀ ਹੋਵੇ ਤਾਂ ਉਦੋਂ ਹੋਰ ਲੋਕ ਸਾਹਮਣੇ, ਜਦੋਂ ਕੋਈ ਚੰਗਾ ਪ੍ਰੋਗਰਾਮ ਕਰਨਾ ਹੋਵੇ ਤਾਂ ਅਸੀਂ ਸਾਹਮਣੇ। ਇਸ ਕਰਕੇ ਸਾਨੂੰ ਚੰਗੇ ਪ੍ਰੋਗਰਾਮ ਕਰਨ ਦੀ ਇੱਕ ਖਾਮਤ ਇਸ ਕਰਕੇ ਸੀਗੀ ਕਿ ਅਸੀਂ ਆਪਣੀ ਭਾਸ਼ਾ, ਆਪਣੀ ਮਿੱਟੀ, ਆਪਣੇ ਸੱਭਿਆਚਾਰ ਨੂੰ ਪਰਦੇ ਉੱਪਰ ਪੇਸ਼ ਕਰਨ ਦਾ ਜਿਹੜਾ ਨਾ ਮਾਣ ਮਹਿਸੂਸ ਕਰਦੇ ਸੀ। ਇਸ ਕਰਕੇ ਉਹ ਪ੍ਰੋਗਰਾਮ ਮਤਲਬ ਜਿਵੇਂ ਇੱਕ ਫਿਲਮੀ ਡਾਇਲੌਗ ਵਾਂਗੂ ਜੇ ਮੈਂ ਬੋਲਣਾ ਹੋਵੇ ਕਿ ਮੈਂ ਅਸਲ 'ਚ ਕਮਾਲ ਨਹੀਂ ਕਰਦਾ ਸੀਗਾ, ਮੈਂ ਸੱਚ ਬੋਲਦਾ ਸੀ, ਕਮਾਲ ਆਪੇ ਹੀ ਹੋ ਜਾਂਦੀ ਸੀ। ਇਸ ਕਰਕੇ ਅਸੀਂ ਸਿਰਫ ਆਪਣੇ ਸੱਭਿਆਚਾਰ ਨੂੰ ਪੇਸ਼ ਕਰਦੇ ਸੀ, ਉਹ ਵਧੀਆ ਪ੍ਰੋਗਰਾਮ ਆਪਣੇ ਆਪ ਹੀ ਬਣਦਾ ਸੀ। ਇਹਦੇ 'ਚ ਸਾਡਾ ਕੋਈ ਬਹੁਤ ਵੱਡਾ ਯੋਗਦਾਨ ਨਹੀਂ। ਬਹੁਤ ਵਧੀਆ ਜੀ, ਬਹੁਤ ਵਧੀਆ। ਡਾਕਟਰ ਸਾਹਿਬ ਹੁਣ 2 ਗਜ਼ਲਾਂ ਆਪਣੀ ਜਿਹੜੀਆਂ ਤੁਹਾਨੂੰ ਗਜ਼ਲਾਂ ਸੁਣਾ ਦਿੰਦੇ ਆ। ਵੈਸੇ ਗਜ਼ਲ ਨਾਲੋਂ ਮੈਂ ਕਵਿਤਾ ਦੇ ਜ਼ਿਆਦਾ ਨੇੜੇ ਰਹਿੰਦਾ ਤੇ ਜੋ ਵੀ ਤੁਹਾਡਾ ਦਿਲ ਮੈਂ ਜਿਹੜੀ ਗੱਲ ਸੁਣਾਉਣੀ ਚਾਹੁੰਦਾ ਉਹ ਇੱਕ ਕਵਿਤਾ ਹੈ, ਰੋਟੀ ਤੇ ਭਾਸ਼ਾ। ਕਿਉਂਕਿ ਗੱਲ ਆਪਾਂ ਭਾਸ਼ਾ ਦੀ ਕਰ ਰਹੇ ਹਾਂ ਤੇ ਮੇਰਾ ਵੀ ਪਹਿਲਾ ਪਿਆਰ ਮੇਰੀ ਭਾਸ਼ਾ ਹੈ, ਮੇਰਾ ਸੱਭਿਆਚਾਰ ਹੈ ਤੇ ਮੈਂ ਇਹ ਕਵਿਤਾ ਜ਼ਰੂਰ ਆਪਣੇ ਸਰੋਤਿਆਂ ਨਾਲ ਤੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੁੰਦਾ। ਤੇ ਇਸ ਕਵਿਤਾ ਦਾ ਸਿਰਲੇਖ ਹੈ ਰੋਟੀ ਤੇ ਭਾਸ਼ਾ। 2 ਹਰਫਾਂ ਤੋਂ ਰੋਟੀ ਬਣਦੀ, 2 ਹਰਫਾਂ ਤੋਂ ਭਾਸ਼ਾ। 2 ਹਰਫਾਂ ਤੋਂ ਰੋਟੀ ਬਣਦੀ, 2 ਹਰਫਾਂ ਤੋਂ ਭਾਸ਼ਾ। ਦੋਵੇਂ ਖੋਈਆਂ ਜਾਣ ਜਦੋਂ ਵੀ, ਹੁੰਦੀ ਕੋਰ ਨਿਰਾਸ਼ਾ ਮਰਦੀ ਆਸ਼ਾ। ਵਾਹ, ਕੀ ਬਾਤ ਹੈ। ਦੋਵੇਂ ਖੋਈਆਂ ਜਾਣ ਜਦੋਂ ਵੀ, ਹੁੰਦੀ ਕੋਰ ਨਿਰਾਸ਼ਾ ਮਰਦੀ ਆਸ਼ਾ। ਯੋਗੀ ਨਾਥਾਂ ਗੁਰੂਆਂ ਪੀਰਾਂ, ਵਾਰਸ ਬੁੱਲੇ ਜਹੇ ਫਕੀਰਾਂ। ਯੋਗੀ ਨਾਥਾਂ ਗੁਰੂਆਂ ਪੀਰਾਂ, ਵਾਰਸ ਬੁੱਲੇ ਜਹੇ ਫਕੀਰਾਂ। ਗਟ ਗਟ ਜ਼ਹਿਰ ਸਮੇਂ ਦਾ ਪੀਤਾ, ਭਾਸ਼ਾ ਖਾਤਰ ਕੀ ਨਹੀਂ ਕੀਤਾ। ਗਟ ਗਟ ਜ਼ਹਿਰ ਸਮੇਂ ਦਾ ਪੀਤਾ, ਭਾਸ਼ਾ ਖਾਤਰ ਕੀ ਨਹੀਂ ਕੀਤਾ। ਫਿਰ ਹੈ ਕਿ ਸ਼ਿਵ ਪਾਤਰ ਤੇ ਬਾਸ਼ ਨੇ ਆ ਕੇ, ਸ਼ਿਵ ਪਾਤਰ ਤੇ ਬਾਸ਼ ਨੇ ਆ ਕੇ ਲਫ਼ਜ਼ਾਂ ਵਿੱਚ ਲਹੂ ਨੂੰ ਪਾ ਕੇ ਇਸ ਦਾ ਰੰਗ ਮੁਤਾਬਿਕ ਕੀਤਾ, ਜ਼ਖਮਾਂ ਨੂੰ ਕਲਮਾਂ ਨਾਲ ਸੀਤਾ। ਕਿਆ ਬਾਤ, ਕਿਆ ਬਾਤ। ਸ਼ਿਵ ਪਾਤਰ ਤੇ ਬਾਸ਼ ਨੇ ਆ ਕੇ ਲਫ਼ਜ਼ਾਂ ਵਿੱਚ ਲਹੂ ਨੂੰ ਪਾ ਕੇ ਇਸ ਦਾ ਰੰਗ ਮੁਤਾਬਿਕ ਕੀਤਾ, ਜ਼ਖਮਾਂ ਨੂੰ ਕਲਮਾਂ ਨਾਲ ਸੀਤਾ। ਮੈਂ ਸਿਰ ਫੜ ਕੇ ਬੈਠਾ ਸੋਚਾਂ, ਫਿਰ ਵੀ ਕਾਹਤੋਂ ਭਾਸ਼ਾ ਮੇਰੀ ਉਹ ਨਾ ਪਾਈ ਰੋਟੀ ਜੋ ਰਹੀ। ਕਿਆ ਮੈਂ ਸਿਰ ਫੜ ਕੇ ਸੋਚਾਂ, ਫਿਰ ਵੀ ਕਾਹਤੋਂ ਭਾਸ਼ਾ ਮੇਰੀ ਉਹ ਨਾ ਪਾਈ ਰੋਟੀ ਜੋਗੀ ਰਹੀ ਵਿਜੋਗੀ। ਮੇਰੇ ਮਨ ਦੀ ਭਾਸ਼ਾ ਅੱਜ ਕੱਲ ਕਾਹਤੋਂ ਮੇਰੇ ਦੁੱਖ ਨਾ ਹਰਦੀ। ਮੇਰੇ ਮਨ ਦੀ ਭਾਸ਼ਾ ਅੱਜ ਕੱਲ ਕਾਹਤੋਂ ਮੇਰੇ ਦੁੱਖ ਨਾ ਹਰਦੀ। ਕਿਉਂ ਤਰਹਾਏ ਹੋਠਾਂ ਉੱਤੇ ਸੁੱਖਾਂ ਵਾਲੇ ਸੁਖ ਨਾ ਧਰਦੀ। ਹਰ ਪਾਸੇ ਹੋਈ ਲਾਚਾਰ, ਮੇਰੀ ਕਾਇਆ ਕਰੇ ਵਿਚਾਰ। ਕਿਆ ਬਾਤ। ਹਰ ਪਾਸੇ ਹੋਈ ਲਾਚਾਰ, ਮੇਰੀ ਕਾਇਆ ਕਰੇ ਵਿਚਾਰ। ਪੁਸ਼ਤਾਂ ਕੋਲੋਂ ਪੁੱਛਾਂ ਪੁੱਛੇ, ਪੁਸ਼ਤਾਂ ਕੋਲੋਂ ਪੁੱਛਾਂ ਪੁੱਛੇ। ਵੇਦ ਕਿਤਾਬਾਂ ਕੁਝ ਨਾ ਦੱਸਣ, ਉਲਟਾ ਹੱਸਣ। ਵੇਦ ਕਿਤਾਬਾਂ ਕੁਝ ਨਾ ਦੱਸਣ, ਉਲਟਾ ਹੱਸਣ। ਭਾਸ਼ਾ ਦੀ ਇਸ ਹੋਣੀ ਪਿੱਛੇ ਕੋਈ ਸਿਆਸੀ ਗੁੰਝਲ ਹੋਣੀ। ਭਾਸ਼ਾ ਦੀ ਇਸ ਹੋਣੀ ਪਿੱਛੇ ਕੋਈ ਸਿਆਸੀ ਗੁੰਝਲ ਹੋਣੀ, ਜੋ ਮੇਰੀ ਮਮਤਾ ਦੀ ਅੱਖ ਤੋਂ ਭਾਵੁਕਤਾ ਬਸ ਪਕੜਨਾ। ਜੋ ਮੇਰੀ ਮਮਤਾ ਦੀ ਅੱਖ ਤੋਂ ਭਾਵੁਕਤਾ ਬਸ ਪਕੜ ਨਾ ਹੋਣੀ। ਮੈਂ ਕਾਇਦੇ ਚੋਂ ਹਰਫ ਉਠਾ ਕੇ ਰੱਖ ਦੇਵਾਂ ਛਾਬੇ ਵਿੱਚ ਪਾ ਕੇ। ਵਾਹ, ਕੀ ਬਾਤ। ਮੈਂ ਕਾਇਦੇ ਚੋਂ ਹਰਫ ਉਠਾ ਕੇ ਰੱਖ ਦੇਵਾਂ ਛਾਬੇ ਵਿੱਚ ਪਾ ਕੇ। ਰੋਜ਼ ਰਾਤ ਨੂੰ ਸੁਖਣਾ ਸੁਖਾਂ, ਰੋਜ਼ ਰਾਤ ਨੂੰ ਸੁਖਣਾ ਸੁਖਾਂ। ਹਰਫਾਂ ਦੀ ਰੋਟੀ ਬਣ ਜਾਵੇ ਟੱਬਰ ਖਾਵੇ। ਵਾਹ, ਕਿਆ ਬਾਤ। ਰੋਜ਼ ਰਾਤ ਨੂੰ ਸੁਖਣਾ ਸੁਖਾਂ, ਹਰਫਾਂ ਦੀ ਰੋਟੀ ਬਣ ਜਾਵੇ ਟੱਬਰ ਖਾਵੇ। 2 ਹਰਫਾਂ ਤੋਂ ਰੋਟੀ ਬਣਦੀ, 2 ਹਰਫਾਂ ਤੋਂ ਭਾਸ਼ਾ। ਦੋਵੇਂ ਖੋਈਆਂ ਜਾਣ ਕਦੇ ਵੀ, ਹੁੰਦੀ ਕੋਲ ਨਿਰਾਸ਼ਾ ਮਰਦੀ ਆਸ਼ਾ। ਬਹੁਤ ਹੀ ਵਧੀਆ, ਬਹੁਤ ਹੀ ਵਧੀਆ। ਜੋਹਲ ਸਾਹਿਬ, ਸਾਡਾ ਦਿਲ ਕਰਦਾ ਵੀ ਅਸੀਂ ਸੁਣੀ ਜਾਈਏ। ਔਰ ਸਾਡੇ ਪੰਜਾਬੀ ਸਰੋਤੇ ਵੀ ਬੜੇ ਉਤਸੁਕ ਸੀ ਜਿੱਦਣ ਦਾ ਵੀ ਅਸੀਂ ਆਪਣਾ ਇਹ ਪ੍ਰੋਗਰਾਮ, ਜਦੋਂ ਅਸੀਂ ਤੁਹਾਡਾ ਨਾਮ ਇੱਥੇ ਲਿਖਿਆ ਹੋਇਆ ਸੀ ਆਪਣੇ ਪੋਸਟਰ ਦੇ ਉੱਪਰ, ਸੋ ਬੜੇ ਫੋਨ ਆਏ ਸਾਨੂੰ ਵੀ ਕਿ ਜੋਹਲ ਸਾਹਿਬ ਦੇ ਨਾਲ ਜਦੋਂ ਰੂਬਰੂ ਹੋਏਗਾ ਅਸੀਂ ਜ਼ਰੂਰ ਦੇਖਾਂਗੇ। ਪਰ ਸਾਨੂੰ ਉਹ ਤੋਂ ਵੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਵੀ ਤੁਸੀਂ ਅੱਜ ਇਸ ਕਵਿਤਾ ਦੇ ਵਿੱਚ ਪੰਜਾਬੀ ਭਾਸ਼ਾ ਦੇ ਇਤਿਹਾਸ ਔਰ ਬਹੁਤ ਸਾਰੇ ਜਿਹੜੇ ਦਰਵੇਸ਼ ਮਸਲੇ ਨੇ ਉਹਨਾਂ ਦੀ ਗੱਲ ਕਰ ਦਿੱਤੀ। ਔਰ ਇਹ ਕਵਿਤਾ ਆਪਣੇ ਆਪ 'ਚ ਇੱਕ ਇਤਿਹਾਸਕ ਕਵਿਤਾ ਜਿਹੜੀ ਆ ਉਹ ਸਾਡੇ ਸਾਹਮਣੇ ਪੇਸ਼ ਹੋਈ ਆ। ਜੋਹਲ ਸਾਹਿਬ, ਤੁਸੀਂ ਆਪਣਾ ਬਹੁਤ ਲੰਮਾ ਸਫ਼ਰ ਥੋੜੇ ਜਿਹੇ ਸ਼ਬਦਾਂ 'ਚ ਸਾਨੂੰ ਜਿਹੜਾ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਅਸੀਂ ਉਮੀਦ ਕਰਾਂਗੇ ਕਿ ਹਮੇਸ਼ਾ ਹੀ ਤੁਹਾਡਾ ਸਹਿਯੋਗ ਸਾਨੂੰ ਮਿਲੇ। ਅਸੀਂ ਤੁਹਾਡੀ ਆਤਮ ਕਥਾ ਦੀ ਵੀ
ਜਿਹੜੀ ਉਹ ਵੇਟ ਕਰ ਰਹੇ ਆ ਕਦੋਂ ਆਵੇ, ਕਦੋਂ ਪੜ੍ਹੀਏ, ਔਰ ਉਹ ਲੰਮਾ ਸਫ਼ਰ ਜਿਹੜਾ ਅਸੀਂ ਫਿਰ ਇੱਕ ਵਾਰੀ ਦੁਬਾਰਾ ਉਹਨੂੰ ਦੇਖਾਂਗੇ, ਸੁਣਾਂਗੇ, ਪੜ੍ਹਾਂਗੇ ਔਰ ਮਾਣਾਂਗੇ। ਤੁਹਾਡਾ ਸਾਡੇ ਸਟੂਡੀਓ ਵਿੱਚ ਆਉਣ ਤੇ ਬਹੁਤ ਬਹੁਤ ਸ਼ੁਕਰੀਆ ਜੀ। ਸਾਰੇ ਪੰਜਾਬੀ ਭਰਾਵਾਂ ਵੱਲੋਂ ਜੌਹਲ ਸਾਹਿਬ ਦਾ ਮੈਂ ਆਪਣੇ ਵੱਲੋਂ ਬਹੁਤ ਸ਼ੁਕਰੀਆ ਕਰਦਾ ਜੀ। ਧੰਨਵਾਦ ਬਹੁਤ ਬਹੁਤ। ਬਹੁਤ ਮਿਹਰਬਾਨੀ ਜੀ। ਸ਼ੁਕਰੀਆ।